ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬਾਰ ਬਾਰ ਜਗਦੀਸਾ, ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਹੀ ਸਿਆਨਨ ਨੇ ਇਮੈ, ਅਬਿਓ ਤੀਰ ਤਰਾਏ। ਮੇਲੇ ਸੰਗਤ ਜੋ ਆਈ, ਇਨ ਕਲ ਦੰਗਾ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਏ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਸਤਿਗੁਰਾਂ ਦੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਰਾਗੀ ਸਿੰਘ ਬੜੇ ਪਿਆਰ ਨਾਲ ਗਾਇਨ ਕਰ ਰਹੇ ਸੀ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣੇ ਆਇਆ। ਤੇਰੇ ਮੁੰਦ ਕਟਾਰੇ ਜੇ ਬੜਾ, ਤਿਨ ਲੋਭੀ ਲੋਭ ਲੁਭਾਇਆ। ਤੇਰੇ ਦਰਸ਼ਨ ਬਿਟੋਂ ਖੰਡੀਆਂ ਵੰਝਾਂ, ਤੇਰੇ ਨਾਮ ਬਿਟੋਂ ਕੁਰਬਾਨੋ। ਜਾਂ ਤੋ ਤਾਂ ਮੈਂ ਮਾਣ ਕੀਆ ਹੈ, ਤੁਝ ਬਿਨ ਕਿਹਾ ਮੇਰਾ ਮਾਣੋ। ਸਾਵਣ ਦੇ ਮਹੀਨੇ ਦਾ ਅਲੰਕਾਰ ਬਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਉਪਦੇਸ਼ ਦੇ ਰਹੇ ਨੇ। ਕੀਰਤਨ ਤੋਂ ਪਰੰਤ
ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦੇ, ਗੁਰੂ ਪੰਥ ਦੇ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਲਈ ਆਪ ਜੀ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਜੁੜ ਬੈਠੇ। ਕੁਝ ਸਿੰਘਾਂ ਨੇ ਲਾਹੌਰ ਸਰਕਾਰ ਨਾਲ ਗੱਲ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦਾ ਜੋੜ ਮੇਲਾ ਮਨਾਉਣ ਵਾਸਤੇ ਪਰਮਿਸ਼ਨ ਲਈ 10,000 ਰੁਪਈਆ 10 ਦਿਨਾਂ ਦਾ ਮੇਲਾ ਲਾਉਣ ਦਾ ਉਹਨਾਂ ਨੇ ਮੰਗਿਆ। ਭਾਈ ਮਨੀ ਸਿੰਘ ਜੀ, ਭਾਈ ਕਾਹਨ ਸਿੰਘ ਜੀ, ਦੀਵਾਨ ਦਰਬਾਰਾ ਸਿੰਘ ਜੀ ਵਰਗੇ ਗੁਰਮੁਖ ਸਿੰਘਾਂ ਨੇ ਚਿੱਠੀਆਂ ਭੇਜੀਆਂ, ਸੰਗਤਾਂ ਆਈਆਂ, ਬੜਾ ਵੱਡਾ ਜੋੜ ਮੇਲਾ ਹੋਇਆ। ਸਰਕਾਰ ਨੂੰ ਵੀ 10,000 ਰੁਪਈਆ ਦੇ ਕੇ ਜਿਹੜਾ ਬਾਕੀ ਚੜਾਵਾ ਬਚਿਆ, ਜਦੋਂ ਪੰਥ ਨੇ ਸਾਂਭਿਆ ਤੇ ਬੰਦਈ ਉਹ ਵੀ ਇੱਥੇ ਉਤਰੇ ਹੋਏ ਝਗੜਾ ਕਰਨ ਵਾਸਤੇ ਆਏ ਕਿ ਇਹਦੇ 'ਚੋਂ ਸਾਡਾ ਹਿੱਸਾ ਵੀ ਦਿਓ। ਸਿੰਘਾਂ ਨੇ ਆਖਿਆ ਕਿ ਜੇ ਤੁਸੀਂ ਪੰਥ ਦੇ ਵਿੱਚ ਆ ਕੇ ਸ਼ਾਮਲ ਹੋ ਜਾਓ ਤਾਂ ਤੁਸੀਂ ਵੀ ਆਪਣਾ ਹਿੱਸਾ ਲੈ ਲਓ, ਪਰ ਜੇ ਤੁਸੀਂ ਆਪਣੀਆਂ ਰੋਹ ਰੀਤੀਆਂ ਮਰਿਆਦਾਵਾਂ ਖਾਲਸੇ ਪੰਥ ਨਾਲੋਂ ਅੱਡਰੀਆਂ ਰੱਖਣੀਆਂ ਨੇ, ਵੱਖਰੀਆਂ ਰੱਖਣੀਆਂ ਨੇ, ਤਾਂ ਫਿਰ ਤੁਹਾਡਾ ਇਸ ਚੜਾਵੇ ਤੇ ਕੋਈ ਹੱਕ ਨਹੀਂ। ਉਹ ਆਖਣ ਕਿ ਅਸੀਂ ਤਾਂ ਆਪਣੀ ਮਰਿਆਦਾ ਬਣਾਉਣੀ ਆ, ਫਤਿਹ ਦੀ ਦਰਸ਼ਨ ਦੀ ਫਤਿਹ ਬੁਲਾਉਣੀ ਹੈ, ਸੂਆ ਪਹਿਨਣ ਆਦਿਕ ਇਤਿਆਦਿਕ ਕੁਝ ਵੱਖਰੇਵੇਂ ਜਿਹੜੇ ਨੇ ਉਹ ਸਾਡੇ ਤੁਹਾਡੇ ਨਾਲ ਹੈਣ। ਚਲੋ ਪਹਿਲੇ ਸਾਲ ਦਾ ਜੋੜ ਮੇਲਾ ਕਿਸੇ ਤਰੀਕੇ ਨਿਕਲ ਗਿਆ। ਦੂਸਰੀ ਵਾਰ ਜਦੋਂ ਅਗਲਾ ਮੇਲਾ ਅਗਲੇ ਸਾਲ ਆਇਆ ਤਾਂ ਬੰਦਈਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਦਰਬਾਰ ਸਾਹਿਬ ਦੇ ਉੱਤਰੀ ਬਾਹੀ ਵਾਲੇ ਪਾਸੇ ਆਪਣਾ ਡੇਰਾ ਕਰ ਲਿਆ, ਵਾੜ ਲਾ ਲਈ, ਚਾਰੇ ਪਾਸੇ ਕੱਚੀ ਜੀ ਗੜ੍ਹੀ ਬਣਾ ਲਈ। ਅੰਦਰ ਬੰਦਈਆਂ ਦੀ ਗਿਣਤੀ ਵਧਾਉਣ ਲੱਗੇ ਕਿ ਜੇ ਹੁਣ ਖਾਲਸਾ ਸਾਡੇ ਨਾਲ ਲੜੇਗਾ ਤੇ ਅਸੀਂ ਮੁਕਾਬਲਾ ਕਰਾਂਗੇ, ਤੇ ਜਿਹੜਾ ਇੱਥੇ ਚੜਾਵਾ ਹੈ ਉਹਦੇ ਤੇ ਸਾਡਾ ਹੱਕ ਹੈ, ਉਹ ਹੁਣ ਅਸੀਂ ਲਵਾਂਗੇ। ਸਿੰਘਾਂ ਨੇ ਆਖਿਆ ਕਿ ਅੱਜ ਤਾਈਂ ਜਦੋਂ ਬਾਬਾ ਬੰਦਾ ਸਿੰਘ ਜੀ ਸੀਗੇ ਉਦੋਂ ਤੁਸੀਂ ਆ ਕੇ ਚੜਾਵਾ ਨਹੀਂ ਲੈਂਦੇ ਰਹੇ, ਪਹਿਲਾਂ ਵੀ ਪੰਥ ਸਾਂਭਦਾ ਰਿਹਾ, ਹੁਣ ਵੀ ਪੰਥ ਸਾਂਭੇਗਾ, ਹੁਣ ਇਹ ਨਵੀਂ ਪਿਰਤ ਤੁਹਾਡੇ ਵਾਸਤੇ ਕਿਵੇਂ ਪਾ ਦਈਏ? ਜੇ ਲੈਣਾ ਵੀ ਹੈ ਹਿੱਸਾ ਤੇ ਪੰਥ ਦੇ ਵਿੱਚ ਆ ਕੇ ਮਿਲ ਜਾਓ। ਆਪਣੀ ਜਿਹੜੀ ਇਹ ਮਰਿਆਦਾ ਤੁਸੀਂ ਬੰਦਈਆਂ ਦੀ ਵੱਖਰੀ ਚਲਾ ਲਈ ਹੈ। ਹਾਲਾਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਤਾਂ ਗੁਰੂ ਕੇ ਸਿੱਖ ਬਣ ਕੇ ਰਹੇ ਨੇ, ਤੁਸੀਂ ਅੱਗੋਂ ਬੰਦਾ ਸਿੰਘ ਨੂੰ ਆਪਣਾ ਗੁਰੂ ਬਣਾ ਲਿਆ ਤੇ ਆਪਣੀਆਂ ਰੋਹ ਰੀਤੀਆਂ ਵੱਖਰੀਆਂ ਟੋਰ ਲਈਆਂ ਨੇ। ਛੱਡ ਕੇ ਤੁਸੀਂ ਪੰਥ ਦੇ ਵਿੱਚ ਆ ਕੇ ਮਿਲ ਜਾਓ, ਜਿਹੜਾ ਚੜਾਵਾ ਹੈ ਉਹਦੇ ਵਿੱਚੋਂ ਤੁਸੀਂ ਵੀ ਹਿੱਸਾ ਲੈ ਲਓ, ਵੰਡਾ ਪਾ ਲਓ। ਨਾਲੇ ਤੁਸੀਂ ਗੁਰੂ ਨਾਨਕ ਦੇ ਪੰਥ ਤੋਂ, ਕਲਗੀਧਰ ਦੇ ਪੰਥ ਤੋਂ ਵਖਰੇਵਾਂ ਰੱਖਣਾ ਚਾਹੁੰਦੇ ਹੋ, ਨਾਲੇ ਗੁਰੂ ਘਰ ਦੇ ਵਿੱਚੋਂ ਹੀ ਜਿਹੜੀ ਆਉਣ ਵਾਲੀ ਚੜਾਵੇ ਦੀ ਮਾਇਆ ਉਹਦੇ ਚੋਂ ਹਿੱਸਾ ਵੀ ਚਾਹੁੰਦੇ ਹੋ। ਇਹ ਕਿਵੇਂ ਹੋ ਸਕਦਾ? ਇਹਦੇ ਵਿੱਚ ਤੂੰ ਮੈਂ ਹੋਈ ਹੈ। ਜਿਹੜੇ ਕੁਝ ਖੜਕੇ ਦੜਕੇ ਵਾਲੇ ਸਿੰਘ ਸਾਨੂੰ ਕਹਿੰਦੇ ਅਸੀਂ ਜਾ ਕੇ ਹੱਲਾ ਕਰਾਂਗੇ ਨਾ, ਤੇ ਸਿਆਣੇ ਸਿੰਘ ਵਿੱਚ ਕਹਿਣ ਲੱਗੇ ਕਿ ਹੁਣ ਸੰਗਤ ਆਈ ਹੋਈ ਹੈ ਤੇ ਸੰਗਤ ਦਾ ਨੁਕਸਾਨ ਹੋਵੇਗਾ ਜੇ ਤੁਸੀਂ ਆਪੋ 'ਚ ਲੜੋਗੇ, ਕਿਉਂਕਿ ਉਧਰ ਤੁਰਕਾਂ ਦੀਆਂ ਫੌਜਾਂ ਵੀ ਮੇਲੇ ਦੇ ਪ੍ਰਬੰਧ ਲਈ ਪਹੁੰਚੀਆਂ ਨੇ, ਉਹਨਾਂ ਨੂੰ ਮੌਕਾ ਮਿਲ ਜਾਏਗਾ। ਤਤ ਖਾਲਸੇ ਤੇ ਬੰਦਈ ਖਾਲਸੇ ਦਾ ਜਿਹੜਾ ਆਪਸੀ ਝਗੜਾ ਸੀ ਉਹ ਕਿਵੇਂ ਨਿਰਵਿਰਤ ਹੋਇਆ, ਉਹ ਕਥਾ ਭਾਈ ਰਤਨ ਸਿੰਘ ਜੀ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗੁਰੂ ਪੰਥ ਦੇ ਚਰਨਾਂ ਨਾਲ ਜੋੜੀਏ ਤੇ ਪੰਥ ਦੇ ਵਾਲੀ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹੀ ਸਿਆਨਨ ਨੇ ਇਮੈ ਅਬਿਓ ਤੀਰ ਤਰਾਏ। ਜਦੋਂ ਲੜਾਈ ਦਾ ਮਾਹੌਲ ਬਣਨ ਲੱਗਾ, ਚੱਲਦੇ ਮੇਲੇ ਵਿੱਚ ਸੰਗਤਾਂ ਹਜ਼ਾਰਾਂ ਦੀ ਗਿਣਤੀ 'ਚ ਆਈਆਂ ਹੋਈਆਂ ਸੀ।
ਤਾਂ ਜਿਹੜੇ ਵਿੱਚ ਸਿਆਣੇ ਸਿੱਖ ਸਨ ਉਹਨਾਂ ਨੇ ਵਿੱਚ ਪੈ ਕੇ ਹੌਸਲਾ ਦੇ ਕੇ ਧੀਰਜ ਦੇ ਕੇ ਸਿੰਘਾਂ ਦਾ ਗੁੱਸਾ ਜਿਹੜਾ ਸੀ ਸ਼ਾਂਤ ਕੀਤਾ। ਮੇਲੇ ਸੰਗਤ ਜੋ ਆਈ ਇਨ ਕਲ ਦੰਗਾ ਕਰਾਏ। ਉਹਨਾਂ ਸਿਆਣੇ ਸਿੱਖਾਂ ਨੇ ਆਖਿਆ ਕਿ ਹੁਣ ਤੁਸੀਂ ਲੜਾਈ ਨਾ ਕਰੋ, ਕਿਉਂਕਿ ਸੰਗਤ ਆਈ, ਆਮ ਸੰਗਤ ਗ੍ਰਸਤੀ ਸਿੱਖ ਆਏ ਨੇ, ਬੱਚੇ ਆਏ ਨੇ, ਬਜ਼ੁਰਗ ਆਏ ਨੇ। ਤੁਸੀਂ ਆਪੋ ਵਿੱਚ ਲੜੋਗੇ ਤੇ ਉਹ ਸੰਗਤ ਦਾ ਨੁਕਸਾਨ ਹੋਵੇਗਾ, ਬੱਚਿਆਂ ਦਾ ਨੁਕਸਾਨ ਹੋਵੇਗਾ। ਇਸ ਕਰਕੇ ਪਹਿਲਾਂ ਮੇਲਾ ਸਮਾਪਤ ਹੋ ਜਾਣ ਦਿਓ, ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰ ਲੈਣ ਦਿਓ। ਜਦੋਂ ਸੰਗਤ ਵਿਦਾ ਹੋ ਜਾਏਗੀ, ਪਿੱਛੋਂ ਜੇ ਤੁਸੀਂ ਲੜਨਾ ਵੀ ਆ ਤਾਂ ਅਸੀਂ ਨਹੀਂ ਰੋਕਦੇ ਤੁਹਾਨੂੰ, ਪਰ ਇੱਕ ਵਾਰੀ ਹੁਣ ਹੌਸਲਾ ਕਰੋ, ਧੀਰਜ ਕਰੋ, ਤੇ ਜੇ ਲੜਾਈ ਵੀ ਕਰਨੀ ਆ ਤਾਂ ਬਾਅਦ ਵਿੱਚ ਕਰ ਲਿਓ। ਚੌਪਈ ਤੋ ਬੰਦਈਨ ਸੋ ਖਾਲਸੇ ਕਈ। ਉਧਰ ਬੰਦਈਆਂ ਨੇ ਖਾਲਸੇ ਨੂੰ ਕਿਹਾ, ਬਨੇ ਨਹੀਂ ਅਬ ਹਮ ਤੁਮ ਖਈ। ਕਹਿਣ ਲੱਗੇ ਉਹਨਾਂ ਨੇ ਵੀ ਇਹੀ ਕਹੀ ਗੱਲ ਕਿ ਹੁਣ ਸਾਡਾ ਆਪਸ ਵਿੱਚ ਲੜਨਾ ਯੋਗ ਨਹੀਂ। ਤੁਮ ਹਮ ਲੜ ਜੋ ਹੋਵੇ ਖੁਆਰ। ਕਿ ਜੇ ਹੁਣ ਆਪਾਂ ਲੜਾਂਗੇ, ਬੰਦਈਆਂ ਨੂੰ ਵੀ ਸੁਨੇਹਾ ਭੇਜਿਆ ਖਾਲਸੇ ਨੇ, ਤੇ ਬੰਦਈਆਂ ਨੇ ਖਾਲਸੇ ਨੂੰ ਗੱਲਬਾਤ ਕੀਤੀ। ਵਿੱਚ ਜਿਹੜੇ ਸਾਂਝੇ ਬੰਦੇ ਸੀ ਦੋਵੇਂ ਪਾਸੇ ਜਾਂਦੇ ਸੀ, ਗੱਲਬਾਤ ਕੀਤੀ। ਭਾਈ ਮਨੀ ਸਿੰਘ ਜੀ ਵਰਗੇ ਜਿਹੜੇ ਉਸ ਵੇਲੇ ਪੰਥ ਵਿੱਚ ਨਾਮਵਰ ਸਿੰਘਾਂ ਵਿੱਚੋਂ ਵੱਡੇ ਸਨ, ਜਿਨ੍ਹਾਂ ਨੇ ਵੱਡਿਆਂ ਸਤਿਗੁਰਾਂ ਦੇ ਦਰਸ਼ਨ ਕੀਤੇ ਸੀ, ਕਲਗੀਧਰ ਦੇ ਦੀਦਾਰ ਕੀਤੇ ਸੀ, ਤੋ ਇਹੋ ਜਿਹੇ ਸਿੰਘਾਂ ਨੇ ਵਿੱਚ ਪੈ ਕੇ ਕੁਝ ਸਮੇਂ ਲਈ ਮਾਹੌਲ ਸ਼ਾਂਤ ਕੀਤਾ ਕਿ ਜੇ ਹੁਣ ਤੁਸੀਂ ਆਪਸ ਵਿੱਚ ਲੜੋਗੇ, ਤੁਰਕ ਲਏ ਸਭ ਸੰਗਤ ਮਾਰ। ਤੁਰਕ ਤਾਂ ਅੱਗੇ ਬਹਾਨਾ ਲੱਭਦੇ ਆ ਵੀ ਇਹ ਲੜਨ ਤੇ ਅਸੀਂ ਹਮਲਾ ਕਰੀਏ। ਉਹ ਫਿਰ ਆਮ ਜਿਹੜੀ ਸੰਗਤ ਆਈ ਹੋਈ ਆ ਗੁਰੂ ਘਰ ਵਿੱਚ ਦਰਸ਼ਨ ਕਰਨ ਵਾਸਤੇ, ਉਸ ਸੰਗਤ ਨੂੰ ਵੀ ਮਾਰਨਗੇ। ਉਹਨਾਂ ਵਿੱਚ ਬੱਚੇ ਨੇ, ਇਸਤਰੀਆਂ ਨੇ, ਬਜ਼ੁਰਗ ਨੇ, ਫਿਰ ਉਹਨਾਂ ਦਾ ਵੀ ਵੱਡਾ ਨੁਕਸਾਨ ਹੋਵੇਗਾ। ਦੋਹਰਾ ਜੈਸੇ ਚਿੜੀਆ ਦੋਏ ਲਰਤ ਲਏ ਬਿੱਲੀ ਮੋਹ ਪਾਏ। ਭਾਈ ਰਤਨ ਸਿੰਘ ਜੀ ਨੇ ਬੜੀਆਂ ਸਪਸ਼ਟ ਜੀਆਂ ਉਦਾਹਰਨਾਂ ਦਿੰਦੇ ਸਮਝਾਉਣ ਵਾਸਤੇ। ਉਹ ਕਹਿੰਦੇ ਵੀ ਗੱਲਬਾਤ ਚੱਲੀ, ਵੀ ਕਹਿੰਦੇ ਉਹ ਗੱਲ ਨਾ ਹੋਵੇ ਵੀ ਦੋ ਚਿੜੀਆਂ ਲੜਦੀਆਂ ਸੀ ਆਪਸ ਵਿੱਚ ਤੇ ਕੋਲੋਂ ਬਿੱਲੀ ਦਾ ਦਾਲ ਲੱਗ ਗਿਆ, ਉਹਨੇ ਦੋਵਾਂ ਨੂੰ ਮੂੰਹ 'ਚ ਪਾ ਲਿਆ। ਚਿੜੀਆਂ ਆਪੋ 'ਚ ਹੀ ਲੜਦੀਆਂ ਰਹਿ ਗਈਆਂ ਤੇ ਪੇਟ ਬਿੱਲੀ ਨੇ ਭਰ ਲਿਆ। ਕਹਿੰਦੇ ਆਹ ਕੰਮ ਨਾ ਹੋਵੇ ਵੀ ਤੁਸੀਂ ਆਪਸ ਵਿੱਚ ਲੜੀ ਜਾਓ ਤੇ ਤੁਰਕ ਆ ਕੇ ਕਹਿਣ ਵੀ ਇਹ ਚੜਾਵਾ ਅਸੀਂ ਲੈ ਚੱਲਨੇ ਆ, ਇਹਦੇ ਤੇ ਕਬਜ਼ਾ ਹੀ ਸਾਡਾ, ਤੇ ਤੁਸੀਂ ਆਪਸ ਵਿੱਚ ਹੀ ਲੜ ਕੇ ਖੁਆਰ ਹੁੰਦੇ ਰਹੋਗੇ। ਤੈਸੇ ਹਮ ਤੁਮ ਲੜਤ ਲਖ ਤੁਰਕ ਪਰੇਂਗੇ ਆਏ। ਜੇ ਅਸੀਂ ਆਪਸ ਵਿੱਚ ਲੜੇ, ਆਪਸ ਵਿੱਚ ਸਾਡਾ ਯੁੱਧ ਹੋਇਆ ਤੇ ਸਾਡੇ ਤੇ ਤੁਰਕ ਜਿਹੜੇ ਨੇ ਆ ਕੇ ਉਹ ਹਮਲਾ ਕਰ ਦੇਣਗੇ। ਚੌਪਈ ਜਬ ਬੰਦਈਨ ਯੋ ਸੁਨ ਪਾਈ। ਜਦੋਂ ਤਤ ਖਾਲਸੇ ਨੇ ਬੰਦਈਆਂ ਨੂੰ ਇਹ ਸੁਨੇਹਾ ਭੇਜਿਆ ਨਾ ਵੀ ਆਪਾਂ ਨਾ ਲੜੀਏ, ਤੇ ਅੱਗੋਂ ਜਿਹੜੇ ਬੰਦਈ ਸਨ ਹੋਰ ਜ਼ਿਆਦਾ ਹੰਕਾਰ ਵਿੱਚ ਆ ਗਏ। ਤਤ ਖਾਲਸੇ ਦੇ ਸਿੰਘ ਤਾਂ ਵਿਚਾਰ ਕਰਦੇ ਸੀ, ਉਹ ਡਰਦੇ ਨਹੀਂ ਸੀ ਲੜਨ ਤੋਂ, ਉਹ ਵਿਚਾਰ ਕਰਦੇ ਸੀ ਕਿ ਆਮ ਸੰਗਤ ਦਾ ਨੁਕਸਾਨ ਹੋਵੇਗਾ। ਉਹਨਾਂ ਨੇ ਬੰਦਈਆਂ ਨੂੰ ਸੁਨੇਹਾ ਭੇਜਿਆ ਕਿ ਆਪਾਂ ਹੁਣ ਲੜਾਈ ਨਾ ਕਰੀਏ, ਜੇ ਆਪੋ ਵਿੱਚ ਲੜੇ ਤੇ ਤੁਰਕਾਂ ਦਾ ਦਾਅ ਲੱਗ ਜਾਣਾ, ਉਹ ਸੰਗਤ ਦਾ ਨੁਕਸਾਨ ਕਰਨਗੇ। ਇਹ ਸੁਣ ਕੇ ਜਿਹੜੇ ਬੰਦਈ ਸੀ ਨਾ, ਉਹ ਹੋਰ ਜ਼ਿਆਦਾ ਹੰਕਾਰ ਵਿੱਚ ਆ ਗਏ। ਉਨ ਚਿਤਿਆਈ ਅਤ ਗਰਭਾਈ। ਉਹਨਾਂ ਦੇ ਮਨ ਹੰਕਾਰ ਤੇ ਹੈਂਕੜ ਨਾਲ ਭਰ ਗਏ। ਸਿੰਘ ਆਏ ਹੈ ਅਬ ਹਮ ਦਾਏ। ਉਹ ਕਹਿਣ ਆ ਗਏ ਹੁਣ ਸਿੰਘ ਸਾਡੇ ਦਾ ਥੱਲੇ, ਸਾਡੀ ਦਾੜ ਥੱਲੇ, ਹੁਣ ਨਹੀਂ ਇਹਨਾਂ ਨੂੰ ਛੱਡਦੇ। ਜਿਹੜੇ ਬੰਦਈ ਸੀ ਨਾ, ਉਹ ਕਹਿੰਦੇ ਹੁਣ ਆ ਜਿਹੜੇ ਸਿੰਘ ਨੇ ਤਤ ਖਾਲਸੇ ਦੇ, ਇਹ ਸਾਡੀਆਂ ਦਾੜਾਂ ਥੱਲੇ, ਸਾਡੇ ਦਾ ਥੱਲੇ ਆ ਗਏ ਨੇ। ਤੁਰਕਨ ਸੋ ਇਨ ਦਈਏ ਤੁੜਾਏ। ਏਦਾਂ ਕਰੀਏ ਵੀ ਇਹਨਾਂ ਦੀ ਤੁਰਕਾਂ ਦੇ ਨਾਲੋਂ ਅਸੀਂ ਤੁਰਕਾਂ ਕੋਲੋਂ ਇਹਨਾਂ ਨੂੰ ਮਰਵਾ ਦਈਏ। ਇਹੋ ਜਿਹਾ ਤਰੀਕਾ ਵਰਤੀਏ ਕਿ ਤੁਰਕ ਇਹਨਾਂ ਤੇ ਹਮਲਾ ਕਰ ਦੇਣ। ਟਕੇ ਦੂਨੇ ਦਏ ਤੁਰਕਨ ਲਿਖਵਾਏ। ਹੁਣ ਤਤ ਖਾਲਸੇ ਨੇ ਤਾਂ 10,000 ਰੁਪਈਆ ਦੇਣਾ ਕੀਤਾ ਸੀ ਨਾ ਮੇਲੇ ਦਾ ਤੁਰਕਾਂ ਨੂੰ, ਕਿ ਅਸੀਂ 10 ਦਿਨਾਂ ਦੇ ਮੇਲੇ ਦਾ 10,000 ਦੇਣਾ। ਇਹ ਕਹਿੰਦੇ ਵੀ ਆਪਾਂ ਤੁਰਕਾਂ ਨਾਲ ਗੱਲ ਕਰੀਏ, ਉਹਨਾਂ ਨੂੰ ਕਹੀਏ ਅਸੀਂ ਦੁੱਗਣਾ ਦੇਾਂਗੇ, ਤੁਸੀਂ ਸਾਡੇ ਵੱਲ ਹੋ ਜਾਓ, ਅਸੀਂ 20,000 ਰੁਪਈਆ ਦੇਾਂਗੇ।
ਏਦਾਂ ਇਹਨਾਂ ਨੇ ਤੁਰਕਾਂ ਦੇ ਨਾਲ ਇਹ ਗੱਲ ਕੀਤੀ, ਦੂਣੇ ਟਕੇ ਦੇਣ ਵਾਸਤੇ ਮੰਨ ਲਿਆ। ਇਮ ਕਰ ਦਏ ਇਨ ਪਿੱਠ ਤੁੜਵਾਏ। ਕਹਿੰਦੇ ਉਹਨਾਂ ਨੂੰ ਦੁੱਗਣੇ ਟਕੇ ਦੇ ਕੇ ਤੇ ਤੁਰਕਾਂ ਕੋਲੋਂ ਇਹਨਾਂ ਦੀ ਪਿੱਠ ਤੁੜਵਾਈ। ਆਪਾਂ ਨੂੰ ਵੀ ਲੋੜ ਨਹੀਂ ਲੜਨ ਦੀ, ਉਹਨਾਂ ਕੋਲੋਂ ਇਹਨਾਂ ਦੀ ਪਿੱਠ ਤੁੜਵਾਈਏ। ਤੁਰਕ ਲਾਲਚੀ ਦਰ ਮੈਂ ਕੇਰੇ। ਕਿਉਂਕਿ ਜਿਹੜੇ ਤੁਰਕ ਨੇ ਉਹ ਤਾਂ ਪੈਸੇ ਦੇ ਲਾਲਚੀ ਨੇ। ਅਸੀਂ 20,000 ਦੇਾਂਗੇ ਤੇ ਸਾਡੇ ਵੱਲ ਦੀ ਗੱਲ ਕਰਨਗੇ। ਇਤ ਲਾਲਚ ਦੇ ਸਿੰਘਨ ਗੇਰੇ। ਇਹੋ ਜਿਹਾ ਲਾਲਚ ਉਹਨਾਂ ਨੂੰ ਦੇਾਂਗੇ ਕਿ ਉਹ ਸਿੰਘਾਂ ਨੂੰ ਆਪੇ ਘੇਰਨਗੇ, ਇਹਨਾਂ ਨੂੰ ਮਾਰਨਗੇ। ਦੋਹਰਾ ਤਬੇ ਬੰਦਈਆਂ ਲਿਖ ਦਿਓ ਲਾਲਚ ਤੁਰਕਨ ਲਾਏ। ਇਹ ਵਿਚਾਰ ਕਰਕੇ ਬੰਦਈਆਂ ਨੇ ਚਿੱਠੀ ਲਿਖ ਦਿੱਤੀ, ਲਿਖ ਕੇ ਦੇ ਦਿੱਤਾ ਤੁਰਕਾਂ ਦੇ ਕੋਲ। ਜਿਹੜੇ ਉੱਥੇ ਆਏ ਸਨ ਥਾਣੇਦਾਰ, ਉਹਨਾਂ ਕੋਲ ਚਿੱਠੀ ਲਿਖ ਕੇ ਭੇਜ ਦਿੱਤੀ ਤੇ ਦੁੱਗਣਾ ਲਾਲਚ ਦੇ ਦਿੱਤਾ। ਟਕੇ ਸੁਦੂਣੇ ਹਮ ਦੇਵੇਂ ਹਮ ਚੜਤੀ ਸਾਂਝ ਦਿਵਾਏ। ਇਹਨਾਂ ਨੇ ਆਖਿਆ ਜੀ ਅਸੀਂ ਤੁਹਾਨੂੰ ਦੂਣੇ ਟਕੇ ਦੇਾਂਗੇ। ਜੇ ਤਤ ਖਾਲਸੇ ਵਾਲੇ ਤੁਹਾਨੂੰ 10,000 ਦਿੰਦੇ ਆ, ਅਸੀਂ ਤੁਹਾਨੂੰ 20,000 ਰੁਪਈਆ ਦੇਵਾਂਗੇ। ਏਦਾਂ ਇਹਨਾਂ ਨੇ ਲਾਲਚ ਦੇ ਕੇ ਤੇ ਚੜ੍ਹਤ ਦੇ ਵਿੱਚੋਂ, ਜਿਹੜੀ ਚੜ੍ਹਤ ਹੋਵੇਗੀ ਇੱਥੇ ਦਰਬਾਰ ਸਾਹਿਬ 'ਚ, ਉਹਦੇ ਚੋਂ 20,000 ਤੁਹਾਨੂੰ ਦੇ ਕੇ ਬਾਕੀ ਅਸੀਂ ਆਪਣੇ ਕਬਜ਼ੇ 'ਚ ਕਰਾਂਗੇ। ਤੁਸੀਂ ਇਹਦੇ ਵਿੱਚ ਸਾਡੀ ਸਹਾਇਤਾ ਕਰਨੀ ਹੈ। ਜੋ ਪਈ ਤੁਰਕਨ ਚਈਤ ਥੀ ਇਹ ਬਾਤ। ਤੁਰਕ ਪਹਿਲਾਂ ਹੀ ਇਹ ਗੱਲ ਚਾਹੁੰਦੇ ਸੀ, ਉਹ ਅੱਗੇ ਇਹੀ ਚਾਹੁੰਦੇ ਸੀ ਵੀ ਸਾਨੂੰ ਦੁੱਗਣਾ ਪੈਸਾ ਮਿਲੇ। ਟਕੇ ਵਦੇ ਉਹ ਪੰਥ ਹੋਏ ਘਾਤ। ਉਹਨਾਂ ਦੇ ਮਨ 'ਚ ਅੱਗੇ ਪਹਿਲਾਂ ਇੱਛਾ ਸੀ ਵੀ ਸਾਡੇ ਟਕੇ ਵੀ ਵਧਣ, 10 ਦੀ ਥਾਂ ਤੇ 20,000 ਮਿਲੇ, ਤੇ ਦੂਜਾ ਜਿਹੜਾ ਇਹ ਪੰਥ ਹੈ ਇਹਨਾਂ ਦਾ ਨੁਕਸਾਨ ਹੋਵੇ, ਲੜ ਕੇ ਆਪਸ ਵਿੱਚ ਮਰਨ ਤੇ ਖਤਮ ਹੋਣ। ਉਹ ਮਨਸਾ ਉਹਨਾਂ ਤੁਰਕਾਂ ਦੇ ਮਨ ਵਿੱਚ ਪਹਿਲਾਂ ਹੀ ਸੀ। ਉਹ ਹੁਣ ਉਹਨਾਂ ਨੇ ਵੇਖਿਆ ਵੀ ਇਹ ਤਾਂ ਸਾਡੀ ਕਾਮਯਾਬੀ ਹੋ ਰਹੀ ਹੈ। ਇਹ ਲੜ ਮਰੇ ਉਹ ਹੋਵੇ ਖੁਆਰ। ਇਹ ਆਪਸ ਵਿੱਚ ਲੜ ਕੇ ਮਰਨਗੇ, ਖੁਆਰ ਹੋਣਗੇ। ਇਤ ਲਾਲਚ ਲੱਗ ਗਏ ਉਹ ਥਾਣੇਦਾਰ। ਉਧਰ ਥਾਣੇਦਾਰ ਨੂੰ ਇਹ ਲਾਲਚ ਲੱਗ ਗਿਆ ਵੀ 20,000 ਮਿਲਦਾ, ਨਾਲੇ ਸਾਡਾ ਹਿੰਗ ਲੱਗੇ ਨਾ ਫਟਕੜੀ, ਆਪਸ ਵਿੱਚ ਲੜਨਗੇ ਤੇ ਮਰਨਗੇ। ਹੁਣ ਲੜਾਓ ਇਹਨਾਂ ਨੂੰ। ਸਰਕਾਰਾਂ ਦੀਆਂ ਨੀਤੀਆਂ ਮੁੱਢ ਤੋਂ ਇਸੇ ਤਰ੍ਹਾਂ ਹੀ ਰਹਿੰਦੀਆਂ ਨੇ, ਲੋਕਾਂ ਨੂੰ ਆਪਸ ਵਿੱਚ ਲੜਾ ਕੇ ਉਲਝਾਈ ਰੱਖਣਾ, ਕਦੇ ਧਰਮ ਦੇ ਨਾਂ ਤੇ, ਕਦੇ ਮਜ਼ਹਬ ਦੇ ਨਾਂ ਤੇ, ਕਦੇ ਫਿਰਕਾ ਪ੍ਰਸਤੀ ਦੇ ਨਾਂ ਤੇ, ਵੀ ਆਪਸ ਵਿੱਚ ਲੜਦੇ ਰਹਿਣ ਤੇ ਸਾਡੇ ਵੱਲ ਨਾ ਇਹਨਾਂ ਦਾ ਧਿਆਨ ਆਵੇ ਵੀ ਸਾਨੂੰ ਹਿਸਾਬ ਨਾ ਪੁੱਛਣ। ਇਹ ਨੀਤੀਆਂ ਹੁੰਦੀਆਂ ਨੇ, ਪਾਲਿਸੀਆਂ ਹੁੰਦੀਆਂ ਨੇ। ਉਹ ਪਾਲਿਸੀਆਂ ਪਹਿਲਾਂ ਵੀ ਵਰਤਦੀਆਂ ਸੀ ਸਰਕਾਰ ਦੀਆਂ, ਅੱਜ ਵੀ ਵਰਤਦੀਆਂ ਨੇ, ਅੱਗੇ ਵੀ ਵਰਤਦੀਆਂ ਰਹਿੰਦੀਆਂ। ਲੋਕਾਂ ਨੂੰ ਚੁਕੰਨੇ ਹੋਣਾ ਪੈਣਾ, ਸਾਵਧਾਨ ਹੋਣਾ ਪੈਣਾ। ਇਹਨਾਂ ਆਖਿਆ ਵੀ ਸਾਡਾ ਕੁਝ ਖਰਚ ਨਹੀਂ ਹੋਣਾ, ਪੈਸੇ ਵੀ 20,000 ਦੁੱਗਣੇ ਮਿਲਣੇ ਆ। ਜਦੋਂ ਇਹ ਆਪਸ 'ਚ ਲੜਨਗੇ ਤੇ ਚੜਾਵਾ ਵੀ ਸਾਡਾ ਸਾਰਾ, ਫਿਰ 20 ਕਿਉਂ, ਫਿਰ ਬਾਕੀ ਵੀ ਜਿੰਨਾ ਚੜਾਵਾ ਉਹ ਸਾਡਾ ਹੋਵੇਗਾ। ਏਦਾਂ ਜਿਹੜਾ ਥਾਣੇਦਾਰ ਆਇਆ ਸੀ ਨਾ ਤੁਰਕਾਂ ਦਾ ਇੱਥੇ ਪ੍ਰਬੰਧ ਕਰਨ ਲਈ ਮੇਲੇ ਦਾ, ਉਹਦਾ ਮਨ ਲਾਲਚੀ ਹੋ ਗਿਆ। ਮਿਟੇ ਬੰਦਈ ਜੋ ਦੰਗਿਓ ਨਾਏ। ਕਿਉਂਕਿ ਜਾਣਦੇ ਸੀ ਵੀ ਜਿਹੜੇ ਬੰਦਈ ਨੇ ਇਹਨਾਂ ਨੇ ਹਟਣਾ ਨਹੀਂ ਦੰਗਾ ਕਰਨ ਤੋਂ, ਤਾਂ ਤਿਆਰੀ ਕਰੀ ਬੈਠੇ ਨੇ। ਤਤ ਖਾਲਸੇ ਵਾਲੇ ਹੀ ਟਾਲਾ ਕਰੀ ਜਾਂਦੇ ਆ, ਬੰਦਈਆਂ ਵੱਲੋਂ ਕੋਈ ਢਿੱਲ ਨਹੀਂ। ਉਹਨਾਂ ਨੇ ਤਾਂ ਗੜੀ ਵੀ ਬਣਾ ਲਈ ਆ ਚਾਰੇ ਪਾਸੇ। ਸਿੰਘਨ ਜਾਣ ਲਈ ਮਨ ਮਾਏ। ਉਧਰ ਸਿੰਘਾਂ ਨੇ ਵੀ ਮਨ 'ਚ ਜਾਣ ਲਈ ਵੀ ਹੁਣ ਇਹ ਬੰਦਈ ਹਟਦੇ ਨਹੀਂ, ਇਹ ਬਾਦ ਨਹੀਂ ਆਉਂਦੇ। ਇਹਨਾਂ ਨੇ ਮੇਲੇ ਦੇ ਵਿੱਚ ਹੀ ਖਰਾਬੀ ਕਰਨੀ ਹੈ, ਇਹਨਾਂ ਨੇ ਮੇਲਾ ਵੀ ਨਹੀਂ ਲੰਘਣ ਦੇਣਾ। ਇਹ ਤਾਂ ਮੇਲੇ ਦੇ ਵਿੱਚ ਹੀ ਸਾਡੇ ਨਾਲ ਲੜਨ ਨੂੰ ਤਿਆਰ ਨੇ। ਇੱਕੋ ਇੱਕੀ ਬਿਨ ਇਨ ਸੰਗ ਹੋਈ। ਸਿੰਘਾਂ ਨੇ ਵੀ ਫਿਰ ਵਿਚਾਰ ਕੀਤੀ ਵੀ ਇੱਕ ਨਾਲ ਇੱਕ ਦੀ ਲੜਾਈ ਹੋ ਜਾਵੇ ਤਾਂ ਵੀ ਗੱਲ ਠੀਕ ਹੈ। ਹਮਰੋ ਖਿਆਲ ਨਾ ਛਾੜੇ ਕੋਈ। ਪਰ ਇਹਨਾਂ ਨੇ ਸਾਡਾ ਖਿਆਲ ਨਹੀਂ ਛੱਡਣਾ। ਦੋਹਰਾ ਪੁਚੰਗਨ ਸਿੰਘਨ ਯੋ ਠਠੀ ਜੋ ਕਿਛ ਹੋਏ ਸੋ ਹੋਏ। ਜਿਹੜੇ ਇੱਧਰ ਭੁਜੰਗੀ ਸਿੰਘ ਸੀ ਨਾ ਤਤ ਖਾਲਸੇ ਦੇ ਸਿੰਘਾਂ ਨੂੰ ਭਾਈ ਰਤਨ ਸਿੰਘ ਜੀ ਬਾਰ-ਬਾਰ ਭੁਜੰਗੀ ਲਿਖਦੇ ਆ। ਭੁਜੰਗੀ ਕਿਉਂ ਲਿਖਦੇ ਆ? ਕਿਉਂਕਿ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਭੁਜੰਗੀ ਲਿਖਿਆ ਨਾ। ਪਾਤਸ਼ਾਹ ਕਹਿੰਦੇ ਆ ਕਿ ਬਾਕੀ ਬਿਮਾਦਸਤ ਪੇਚੀ ਦਹਮਾਰ, ਕਹਿੰਦੇ ਮੇਰਾ ਪੰਥ ਕੁੰਡਲੀਆ ਨਾਗ ਹੈ। ਇਸ ਕਰਕੇ ਭੁਜੰਗੀਆਂ ਦਾ ਪੰਥ ਕਹਿੰਦੇ ਆ ਭਾਈ ਰਤਨ ਸਿੰਘ ਜੀ ਤਤ ਖਾਲਸੇ ਨੂੰ। ਹੁਣ ਜਿਹੜੇ ਭੁਜੰਗੀ ਸਿੰਘ ਸੀ ਉਹਨਾਂ ਨੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਠੱਠ ਲਈ ਜਾਣ ਲਈ
ਕਰੋ ਸੋ ਚੰਡੀ ਭੇਟ ਇਨ ਤੁਰਕ ਬੰਦਈਆਂ ਦੋਏ। ਸਿੰਘਾਂ ਨੇ ਵਿਚਾਰ ਕੀਤੀ ਵੀ ਤੁਰਕ ਵੀ ਬੰਦਈਆਂ ਨਾਲ ਰਲ ਗਏ ਨੇ, ਪਤਾ ਲੱਗ ਗਿਆ ਸਿੰਘਾਂ ਨੂੰ। ਕਹਿੰਦੇ ਹੁਣ ਚੰਡੀ ਦੀ ਭੇਟ ਕਰੀਏ ਤੁਰਕਾਂ ਨੂੰ ਵੀ ਤੇ ਬੰਦਈਆਂ ਨੂੰ ਵੀ, ਕਿਉਂਕਿ ਤੁਰਕ ਜਿਹੜੇ ਨੇ ਉਹ ਰਲ ਗਏ ਨੇ, ਬੰਦਈਆਂ ਨੇ ਲਾਲਚ ਦੇ ਦਿੱਤਾ ਤੁਰਕਾਂ ਨੂੰ, ਉਹ ਵੀ ਉਹਨਾਂ ਦੀ ਮਦਦ ਵਿੱਚ ਆਣ ਖਲੋਤੇ ਨੇ। ਸਿੰਘਾਂ ਵਿਚਾਰ ਕੀਤੀ ਕਿ ਹੁਣ ਚੰਡੀ ਦੀ ਭੇਟ ਉਤਾਰੀਏ, ਇਹਨਾਂ ਨੂੰ ਸਾਰਿਆਂ ਨੂੰ ਸੋਧਾ ਲਾਈਏ। ਚੌਪਈ ਕਾਨ ਸਿੰਘ ਜੀ ਫਿਰ ਬਚ ਕਹੇ। ਪਰ ਭਾਈ ਕਾਨ ਸਿੰਘ ਜੀ ਜੋ ਪੰਥ ਵਿੱਚ ਉਸ ਵੇਲੇ ਸਿਰ ਕੱਢ ਜਰਨੈਲ ਸਨ, ਉਹਨਾਂ ਨੇ ਫਿਰ ਆਖਿਆ ਪ੍ਰਤੀਤ ਹਮਾਰੀ ਨੇ ਦੰਗੇ ਕੀਏ ਰਹੇ। ਕਹਿਣ ਲੱਗੇ ਸਿੰਘੋ ਹਾਲੇ ਆਪਾਂ ਜੇ ਲੜਾਈ ਕੀਤੀ, ਜੰਗ ਕੀਤਾ ਤੇ ਆਪਣੀ ਪ੍ਰਤੀਤ ਸੰਗਤ ਵਿੱਚ ਨਹੀਂ ਰਹਿਣੀ। ਹੁਣ ਸੰਗਤ ਸਾਡੇ ਤੇ ਭਰੋਸਾ ਕਰਕੇ ਆਈ ਹੈ ਕਿ ਕੋਈ ਨੁਕਸਾਨ ਨਹੀਂ ਹੋਵੇਗਾ, ਤੇ ਜੇ ਹੁਣ ਆਪਾਂ ਲੜੇ ਤੇ ਸੰਗਤ ਦਾ ਨੁਕਸਾਨ ਹੋਵੇਗਾ, ਸੰਗਤ ਵਿੱਚ ਸਾਡੀ ਪ੍ਰਤੀਤ ਨਹੀਂ ਰਹਿਣੀ। ਉਹਨਾਂ ਆਖਣਾ ਵੀ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਇਸ ਕਰਕੇ ਸੰਗਤ ਦੀ ਪ੍ਰਤੀਤ ਸਾਡੇ ਤੇ ਨਹੀਂ ਰਹੇਗੀ ਜੇ ਆਪਾਂ ਹੁਣ ਲੜੇ। ਹਮ ਸੰਕੋਚਨ ਤੇ ਸਿੱਖ ਮੰਗਵਾਏ। ਅਸੀਂ ਸੰਗਤ ਦੇ ਨਾਲ ਬਕਾਇਦਾ ਇਕਰਾਰ ਕਰਕੇ ਸੰਗਤ ਨੂੰ ਸੱਦੇ ਭੇਜ ਕੇ ਬੁਲਾਇਆ ਕਿ ਤੁਸੀਂ ਮੇਲੇ ਚਾਹੋ, ਤੁਹਾਡੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਹੁਣ ਅਸੀਂ ਆਪਸ 'ਚ ਲੜੀਏ ਤੇ ਉਹਨਾਂ ਦਾ ਨੁਕਸਾਨ ਕਰਾਈਏ, ਕਿੱਥੋਂ ਦੀ ਸਿਆਣਪ ਹੈ ਭਾਈ? ਫਿਰ ਕੀ ਆਉਣ ਵਾਲੇ ਸਮੇਂ 'ਚ ਸੰਗਤ ਸਾਡੇ ਤੇ ਵਿਸ਼ਵਾਸ ਕਰੇਗੀ ਜੇ ਆਪਾਂ ਹੁਣ ਉਹਨਾਂ ਦੇ ਨਾਲ ਇਦਾਂ ਕੀਤਾ? ਦੰਗੋ ਮੈਂ ਵੈ ਜਾਇ ਜਾਨ ਗਵਾਏ। ਕਿਉਂਕਿ ਦੰਗੇ ਵਿੱਚ ਬਹੁਤ ਕੁਝ ਹੋ, ਜਦੋਂ ਲੜਾਈ ਹੋਣੀ ਹੈ, ਝਗੜਾ ਹੋਣਾ, ਫਿਰ ਲੜਾਈ ਕਰਨੀ ਸਾਡੇ ਵੱਸ ਵਿੱਚ ਹੈ। ਜਦੋਂ ਲੜਾਈ ਸ਼ੁਰੂ ਹੋ ਜਾਏ ਉਸ ਤੋਂ ਬਾਅਦ ਫਿਰ ਸਾਡਾ ਕੋਈ ਵੱਸ ਨਹੀਂ ਰਹਿੰਦਾ, ਉਦੋਂ ਖਬਰੇ ਕੀ ਹੋ ਜਾਏ। ਲੜਾਈ ਨਾ ਕਰਨੀ ਸਾਡੇ ਵੱਸ ਵਿੱਚ ਹੈ ਵੀ ਪਹਿਲਾਂ ਟਾਲਾ ਕਰ ਲਈਏ। ਜਦੋਂ ਦੰਗਾ ਸ਼ੁਰੂ ਹੋ ਗਿਆ, ਲੜਾਈ ਸ਼ੁਰੂ ਹੋ ਗਈ, ਫਿਰ ਸੰਗਤ ਦਾ ਵੀ ਨੁਕਸਾਨ ਹੋ ਸਕਦਾ, ਖਬਰੇ ਕੀ ਹੋ ਜਾਵੇ। ਇਸ ਕਰਕੇ ਭਾਈ ਆਪਣੇ ਆਪ ਤੇ ਕਾਬੂ ਪਾ ਕੇ ਰੱਖੋ। ਜਿਵੇਂ ਕਿਵੇਂ ਕਰਕੇ ਮੇਲੇ ਦੇ ਜਿਹੜੇ 5-4 ਦਿਨ ਹੈਣ ਇਹ ਕੱਟ ਲਵੋ। ਵਾਦ ਘਾਟ ਸਿਰ ਸਭ ਸਹਿ ਲੀਜੈ। ਜੋ ਕਹਿੰਦੇ ਆ ਵਾਧਾ ਘਾਟਾ ਆਪਣੇ ਸਿਰ ਤੇ ਸਹਿ ਲਓ, ਬਰਦਾਸ਼ਤ ਕਰ ਲਓ। ਕੀ ਕਰ ਲੈਣਗੇ? ਗਾਲਾਂ ਕੱਢਦੇ ਆ, ਬੋਲ ਬੋਲਦੇ ਆ, ਬੋਲ ਲੈਣ ਦਿਓ। ਬਸ ਕੁਝ ਦਿਨਾਂ ਦਾ ਇਹ ਸਮਾਂ ਹੈ, ਟਾਈਮ ਪਾਸ ਕਰ ਲਵੋ। ਮੇਲੋ ਮੈਨੇ ਦੰਗੋ ਕੀਜੈ। ਮੇਲੇ ਵਿੱਚ ਨਹੀਂ ਦੰਗਾ ਅਸੀਂ ਕਰਨ ਦੇਣਾ, ਕਿਉਂਕਿ ਇਸ ਮੇਲੇ ਵਿੱਚ ਸੰਗਤ ਆਈ ਹੋਈ ਹੈ, ਸੰਗਤ ਦਾ ਅਸੀਂ ਨੁਕਸਾਨ ਨਹੀਂ ਹੋਣ ਦੇਣਾ। ਜਬ ਮੇਲੋ ਹੋਏ ਰੁਖਸਦ ਪਾਈ। ਜਦੋਂ ਮੇਲਾ ਚਲਾ ਜਾਏਗਾ, ਸੰਗਤ ਵਿਦਾ ਹੋ ਕੇ ਚਲੀ ਜਾਏਗੀ ਖੁਸ਼ੀ ਨਾਲ ਦਰਸ਼ਨ ਕਰਕੇ, ਸੋ ਕਰ ਲੀਜੇ ਜੋ ਚਿਤ ਆਈ। ਫਿਰ ਜੋ ਤੁਹਾਡੇ ਚਿੱਤ ਚ ਆਏ ਤੁਸੀਂ ਕਰ ਲਿਓ, ਫਿਰ ਮੈਂ ਵੀ ਨਹੀਂ ਰੋਕਦਾ। ਕਾਨ ਸਿੰਘ ਜੀ ਕਹਿੰਦੇ ਫਿਰ ਅਸੀਂ ਵੀ ਨਹੀਂ ਰੋਕਦੇ। ਦੀਵਾਨ ਦਰਬਾਰਾ ਸਿੰਘ ਜੀ ਵਰਗੇ ਸਿੰਘ ਕਹਿੰਦੇ ਫਿਰ ਜੋ ਤੁਹਾਡੇ ਮਨ ਚ ਆਵੇ ਉਹ ਕਰ ਲਿਓ, ਪਰ ਹੁਣ ਅਸੀਂ ਤੁਹਾਨੂੰ ਲੜਨ ਨਹੀਂ ਦੇਣਾ। ਬੰਦਈ ਪੂਰੇ ਤਿਆਰ ਨੇ ਲੜਨ ਨੂੰ, ਉਹ ਬਹਾਨਾ ਭਾਲਦੇ ਆ। ਉਹ ਕੁਝ ਕਹਿਣ 5-4 ਦਿਨ ਹੋਰ ਰਹਿ ਗਏ ਨੇ ਮੇਲੇ ਦੇ, ਆਪਾਂ ਇਹ ਟਾਈਮ ਪਾਸ ਕਰਨਾ। ਸੰਗਤ ਦਰਸ਼ਨ ਕਰਕੇ ਵਿਦਾ ਹੋ ਕੇ ਚਲੀ ਜਾਏ, ਮੁੜ ਕੇ ਜੇ ਤੁਸੀਂ ਲੜਨਾ ਭਿੜਨਾ ਉਹ ਬਾਅਦ ਵਿੱਚ ਤੁਸੀਂ ਕਰ ਲਿਓ, ਅਸੀਂ ਨਹੀਂ ਰੋਕਾਂਗੇ। ਦੋਹਰਾ ਮੇਲੋ ਰੁਖਸਦ ਜਬ ਪਇਓ ਚੜਤੀ ਚੜਾਏ ਦਰਬਾਰ। ਚਲੋ ਕੁਝ ਦਿਨ ਇਸੇ ਤਰ੍ਹਾਂ ਔਖੇ ਸੌਖੇ ਕੱਟੇ। ਕਹਿੰਦੇ ਮੇਲਾ ਜਿਵੇਂ ਰੁਖਸਦ ਹੋਇਆ ਤੇ ਦਰਬਾਰ ਦੇ ਵਿੱਚ ਜਿਹੜਾ ਚੜਾਵਾ ਚੜਿਆ, ਬੰਦਈ ਸੋ ਮੰਗੇ ਅਧ ਹਿੱਸਾ ਤੁਰਕਨ ਕਰੀ ਸਹਾਰ। ਜਿਹੜੇ ਬੰਦਈ ਸੀ ਉਹ ਅੱਧਾ ਹਿੱਸਾ ਮੰਗਣ ਚੜਾਵੇ ਦੇ ਵਿੱਚੋਂ, ਕਿਉਂਕਿ ਤੁਰਕਾਂ ਦੀ ਸਹਾਇਤਾ ਸੀ ਉਹਨਾਂ ਦੇ ਨਾਲ। ਤੁਰਕ ਦਾ ਜਿਹੜਾ ਵੱਡਾ ਥਾਣੇਦਾਰ ਆਇਆ ਸੀ ਉਹ ਵੀ ਬੰਦਈਆਂ ਵੱਲ ਖੜਾ ਹੈ। ਜੋ ਪਈ ਹੁਤੋ ਦਰੋਗਾ ਤੁਰਕਨ ਜੋਈ। ਤੁਰਕਾਂ ਦਾ ਜਿਹੜਾ ਉਹ ਦਰੋਗਾ ਸੀ, ਜਿਹੜਾ ਹੁਣ ਬੰਦਈਆਂ ਦੀ ਬੋਲੀ ਬੋਲ ਰਿਹਾ ਹੈ। ਕਹਿ ਲਾਲਚ ਕੀਓ ਆਪਣੋ ਤੋਈ। ਕਿਉਂਕਿ ਉਹਨੂੰ ਲਾਲਚ ਦੇ ਕੇ ਆਪਣਾ ਕਰ ਲਿਆ ਸੀ। ਉਹ ਹੈ ਨਾ ਬੰਦਈਆਂ ਦਾ ਸੀ ਨਾ ਤਤ ਖਾਲਸੇ ਦਾ ਸੀ, ਉਹ ਸਿਰਫ ਪੈਸਿਆਂ ਦਾ ਸੀ ਔਰ ਸਿੰਘਾਂ ਨੂੰ ਆਪਸ ਵਿੱਚ ਲੜਾ ਕੇ ਮਾਰਨਾ ਚਾਹੁੰਦਾ ਸੀ। ਉਹ ਦੋਵਾਂ ਦੇ ਵਿੱਚੋਂ ਕਿਸੇ ਦਾ ਨਹੀਂ ਸੀ, ਪਰ ਉਹਨੂੰ ਲਾਲਚ ਦਿੱਤਾ ਹੋਇਆ ਸੀ ਬੰਦਈਆਂ ਨੇ। ਸੋ ਵਧਾਵਨ ਲਾਗੋ ਲਾਗ। ਕੋਈ ਹੁਣ ਵਿੱਚ ਪੈ ਕੇ ਨਾ ਅੱਗ ਲਾਣ ਲੱਗਾ, ਕਦੇ ਇੱਧਰ ਆ ਕੇ ਚੁਗਲੀ ਕਰ ਜਾਇਆ ਕਰੇ, ਕਦੇ ਉੱਧਰ ਚਲਾ ਜਾਇਆ ਕਰੇ। ਵਿੱਚ ਪੈ ਕੇ ਉਹ ਦਰੋਗਾ ਹੀ ਲੜਾਈ ਪਵਾਉਣ ਲੱਗਾ। ਇਹ ਲੜ ਮਰੇ ਤਾਂ ਹਮ ਬਨੇ ਕਾਗ। ਸੋਚਦਾ ਸੀ ਵੀ ਜੇ ਇਹ ਲੜ ਕੇ ਮਰਨਗੇ ਤੇ ਵਿੱਚ ਅਸੀਂ ਕਾਂ ਬਣਾਂਗੇ।
ਕਾਂ ਬਣ ਕੇ ਠੂੰਗੇ ਮਾਰਾਂਗੇ ਇਹਨਾਂ ਨੂੰ। ਹੋਣਹਾਰ ਟੁਕ ਬੰਦਈ ਅਨਿਆਈ। ਪਰਮੇਸ਼ਰ ਵੱਲੋਂ ਹੋਣੀ ਆਈ ਸੀ ਬੰਦਈਆਂ ਦੇ ਸਿਰ ਤੇ। ਉਹਨਾਂ ਦਾ ਜਿਹੜਾ ਮੰਤ ਸੀ ਉਹਦਾ ਨਾਂ ਹੀ ਮੰਤ ਸਿੰਘ ਸੀ। ਚਮਿਆਰੀ ਪਿੰਡ ਆ ਅੰਮ੍ਰਿਤਸਰ ਸਾਹਿਬ ਦੇ ਨੇੜੇ, ਉਸ ਪਿੰਡ ਦਾ ਉਹ ਰਹਿਣ ਵਾਲਾ ਸੀ ਤੇ ਉਹਦੇ ਮਨ ਦੇ ਵਿੱਚ ਉਹ ਮੰਤ ਬਣਿਆ ਹੋਇਆ ਸੀ। ਉਹ ਤਾਂ ਉੱਥੇ ਗੱਡੇ ਦੇ ਉੱਤੇ ਗੱਦੀ ਲਾ ਕੇ ਬੈਠਾ ਸੀ, ਬੰਦਈਆਂ 'ਚ ਆਪਣੀ ਪੂਜਾ ਕਰਾਉਂਦਾ ਸੀ। ਉਹ ਸੋਚਦਾ ਹੁਣ ਉਹਦੀ ਹੋਣੀ ਆਈ ਹੋਈ, ਅੰਤ ਉਹਦਾ ਆਉਣਾ ਸੀ, ਨਾਲ ਕੁਝ ਬੰਦਈਆਂ ਦਾ। ਸੁਨੋ ਸਿੱਖ ਤੁਮ ਗੁਰਮੁਖ ਭਾਈ। ਇਹ ਗੁਰਮੁਖ ਭਾਈਓ ਸੁਣੋ, ਮੈਂ ਤੁਹਾਨੂੰ ਹੁਣ ਸਾਰਾ ਪ੍ਰਸੰਗ ਸੁਣਾਉਣਾ। ਜਿਮ ਜਿਮ ਖਾਲਸੋ ਟਰ ਤੋ ਜਾਵੇ। ਖਾਲਸਾ ਤੇ ਟਾਲਾ ਕਰੀ ਜਾਂਦਾ ਵੀ ਕਾਹਨੂੰ ਲੜਾਈ ਕਰਨੀ ਆ, ਕੱਢ ਲੋ ਟਾਈਮ। ਜਿਵੇਂ ਜਿਵੇਂ ਖਾਲਸਾ ਟਾਲਾ ਕਰਦਾ ਤਿਮ ਤਿਮ ਬੰਦਈ ਸਿਰ ਪਰਨੇ ਪਾਵੇ। ਉਹ ਬੰਦਈ ਜਿਹੜੇ ਨੇ ਉਹ ਸਿਵੇਂ ਤਿਵੇਂ ਸਿਰੇ ਚੜੀ ਜਾਂਦੇ। ਖਾਲਸਾ ਟਾਲਾ ਕਰੀ ਜਾਂਦਾ ਵੀ ਚਲੋ ਸੰਗਤ ਹੈ, ਸੰਗਤ ਚਲੀ ਜਾਏ, ਉਹ ਹੋਰ ਸਿਰੇ ਚੜੀ ਜਾਂਦੇ ਨੇ। ਉਹ ਸੋਚਦੇ ਨੇ ਵੀ ਸ਼ਾਇਦ ਸਾਡੇ ਤੋਂ ਡਰਦੇ ਆਏ, ਇਹ ਸਾਡੇ ਤੋਂ ਭੈ ਭੀਤ ਹੁੰਦੇ। ਆਮ ਕਰਕੇ ਨਾ ਲੋਕਾਂ ਦਾ ਸੁਭਾਅ ਹੁੰਦਾ ਹੈ, ਇਹ ਸਾਰੇ ਸਮਾਜ ਦੇ ਵਿੱਚ ਹੀ ਵਰਤਾਰਾ। ਜੇ ਕੋਈ ਉੱਦਾਂ ਲੜਾਈ ਤੋਂ ਟਾਲਾ ਵੱਟ ਕੇ ਲੰਘੇ ਨਾ ਤੇ ਨਾਲ ਖਲੋਤਾ ਉਦਾਂ ਹੀ ਕਹੀ ਜਾਂਦਾ, ਵੇਖਿਆ ਨਾ ਡਰਾਤਾ ਨਾ, ਡਰ ਗਿਆ ਨਾ, ਭੈ ਭੀਤ ਹੋ ਗਿਆ। ਜੇ ਕੋਈ ਟਾਲਾ ਵੱਟੇ ਲੜਾਈ ਤੋਂ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਡਰਪੋਕ ਹੁੰਦਾ। ਉਹ ਵੇਖਦਾ ਵੀ ਹੁਣ ਇਹਦੇ ਨਾਲ ਕੀ ਲੜਾਈ ਕਰਨੀ, ਬੇਵਕੂਫ ਆਦਮੀ ਹੈ, ਲੰਘ ਜਾਂਦਾ। ਪਾਜੇ ਗਲ ਪੈ ਵੀ ਜਾਏ। ਹੁਣ ਸਿੰਘ ਤਾਂ ਟਾਲਾ ਕਰਦੇ ਸੀ ਵੀ ਸੰਗਤ ਦਾ ਨੁਕਸਾਨ ਨਾ ਹੋਵੇ। ਬੰਦਈ ਸੋਚਣ ਵੀ ਇਹ ਸਾਡੇ ਤੋਂ ਡਰਦੇ ਆ, ਅਸੀਂ ਸੂਰਮੇ ਹੁੰਨੇ ਆ। ਇਹ ਨਹੀਂ ਸੀ ਪਤਾ ਉਹ ਵੀ ਉਸੇ ਗੁਰੂ ਦੇ ਚੇਲੇ ਨੇ ਜਿਨ੍ਹਾਂ ਦੇ ਤੁਸੀਂ ਹੋ। ਫਰਕ ਇਹਨਾਂ ਵੀ ਹੁਣ ਤੁਸੀਂ ਬੰਦੇ ਬਹਾਦਰ ਨੂੰ ਆਪਣਾ ਆਗੂ ਮੰਨਣ ਲੱਗ ਪਏ ਹੋ। ਪੰਥ ਜਿਹੜਾ ਉਹ ਕਲਗੀਧਰ ਦੇ ਚਰਨਾਂ ਵਿੱਚ ਸਮਰਪਿਤ ਹੈ, ਪਰ ਹੈਣ ਤਾਂ ਉਹ ਵੀ ਸਿੰਘ ਨਾ। ਛਕਿਆ ਤਾਂ ਅੰਮ੍ਰਿਤ ਉਹਨਾਂ ਨੇ ਵੀ ਸੀ ਗੁਰੂ ਕਾ, ਪਰ ਮਰਿਆਦਾ ਵਿੱਚ ਫਰਕ ਪਾ ਲਿਆ ਸੀ। ਖੈਰ, ਹਾਂਜੀ। ਕਹੇ ਖਾਲਸੋ ਅਬ ਜਾਏ ਹਾਰ। ਉਹ ਹੁਣ ਸੋਚ ਕੇ ਚਾਂਬਲ ਕੇ ਕਹਿਣ ਲੱਗੇ ਵੀ ਹੁਣ ਖਾਲਸਾ ਸਾਡੇ ਅੱਗੋਂ ਹਾਰ ਜਾਏਗਾ। ਇਹਨਾਂ ਨੇ ਬਿਨਾਂ ਲੜੇ ਹੀ ਸਾਡੇ ਤੋਂ ਹਾਰ ਮੰਨ ਲਈ ਹੈ। ਤੁਰਕਨ ਸੋ ਮਿਲ ਹਮਲੇ ਮਾਰ। ਅਸੀਂ ਤੁਰਕਾਂ ਨਾਲ ਰਲ ਕੇ ਇਹਨਾਂ ਨੂੰ ਮਾਰ ਲੈਣਾ। ਸਭ ਗੁਰਦੁਆਰਨ ਅੱਧ ਟਿਕਾਵੇ। ਜਿੰਨੇ ਗੁਰੂ ਘਰ ਨੇ ਸਾਰਿਆਂ ਵਿੱਚ ਅਸੀਂ ਆਪਣਾ ਅੱਧ ਟਿਕਾ ਲੈਣਾ। ਇੱਥੇ ਹੀ ਨਹੀਂ, ਹੋਰ ਵੀ ਜਿੰਨੇ ਗੁਰੂ ਘਰਾਂ ਵਿੱਚ ਆਮਦਨ ਆਉਂਦੀ ਹੈ ਉਹਦੇ ਚੋਂ ਅੱਧਾ ਹਿੱਸਾ ਇਹਨਾਂ ਕੋਲੋਂ ਲਾਇਆ ਕਰਾਂਗੇ। ਇਮ ਮਨ ਮਿਤਵੈ ਬਹੁ ਘਰ ਭਾਵੇ। ਏਦਾਂ ਮਨ ਚ ਮਿੱਥ ਕੇ ਬੜੇ ਹੰਕਾਰ ਵਿੱਚ ਟੁਰੇ ਫਿਰਨ ਬੰਦਈ। ਆਦਾ ਚੜਾਵਾ ਹਮ ਸੰਗਤ ਕੋ ਚੜਿਓ। ਉਹ ਰੋਲਾ ਪਾਉਣ ਕਹਿੰਦੇ ਸੰਗਤ ਸਾਡੀ ਆਈ ਸੀ, ਅੱਧਾ ਚੜਾਵਾ ਸਾਡੀ ਸੰਗਤ ਦਾ, ਬੰਦਈਆਂ ਦਾ। ਕਿਉਂਕਿ ਇਹਨਾਂ ਨੇ ਕਈ ਦਿਨ ਪਹਿਲਾਂ ਆ ਕੇ ਸੰਗਤ ਨੂੰ ਬਰਗਲਾ ਲਿਆ ਸੀ ਨਾ। ਆਖਣ ਵੀ ਅੱਧੀ ਸੰਗਤ ਸਾਡੀ ਸੀ ਬੰਦਈਆਂ ਦੀ, ਅੱਧਾ ਚੜਾਵਾ ਸਾਡਾ ਹੈ। ਇਹ ਹਮ ਦਾਵਾ ਆਦਾ ਕਰਿਓ। ਇਸ ਕਰਕੇ ਅਸੀਂ ਅੱਧੇ ਧਨ ਦਾ ਦਾਵਾ ਕਰਦੇ ਹਾਂ। ਸਿੰਘ ਕਹੇ ਹਮ ਗੁਰ ਦਰਬਾਰ। ਸਿੰਘ ਕਹਿਣ ਲੱਗੇ ਵੀ ਇਹ ਸਾਡੇ ਸਤਿਗੁਰਾਂ ਦਾ ਦਰਬਾਰ ਹੈ। ਇਹਾਂ ਬਨੇ ਨੇ ਤੁਮਰੀ ਕਾਰ। ਇੱਥੇ ਤੁਹਾਡਾ ਕੋਈ ਹਿੱਸਾ ਨਹੀਂ ਬਣਦਾ। ਜੇ ਤੁਸੀਂ ਇੱਥੋਂ ਹਿੱਸਾ ਲੈਣਾ, ਜੋ ਸਾਰੇ ਪੰਥ ਦੇ ਵੰਡੇ ਆਏਗਾ ਤੁਹਾਨੂੰ ਵੀ ਮਿਲ ਜਾਏਗਾ, ਪਰ ਉਹਦੇ ਲਈ ਸ਼ਰਤ ਹੈ ਵੀ ਤੁਸੀਂ ਪੰਥ ਵਿੱਚ ਮਿਲ ਜਾਓ ਆ ਕੇ। ਦੋਹਰਾ ਫਤਿਹ ਦਰਸ਼ਨ ਤੁਮ ਛੱਡ ਰਲੋ। ਪਾਹੁਲ ਪੀਓ ਸਰਬੰਗ। ਕਹਿਣ ਲੱਗੇ ਵੀ ਜੇ ਤੁਸੀਂ ਪੰਥ ਚ ਆ ਕੇ ਰਲ ਜਾਓ ਤੇ ਆ ਜਿਹੜੀ ਤੁਸੀਂ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ ਬੁਲਾਉਂਦੇ ਇਹਨੂੰ ਛੱਡੋ ਤੇ ਖੰਡੇ ਦੀ ਪੌਲ ਛਕੋ। ਉਹਦਾ ਵਿੱਚੋਂ ਕਈਆਂ ਪੌਲ ਵੀ ਨਹੀਂ ਸੀ ਛਕੀ, ਕਿਉਂਕਿ ਹੁਣ ਉਹ ਚਰਨ ਪੌਲ ਛਕਣ ਲੱਗ ਪਏ ਸੀ ਉਸ ਮੰਤ ਦੀ। ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਦੀ ਇਹ ਸਾਰੀ ਘਟਨਾ। ਕਹਿਣ ਲੱਗੇ ਵੀ ਹੁਣ ਤੁਸੀਂ ਖੰਡੇ ਦੀ ਪੌਲ ਛਕ ਕੇ ਪੰਥ ਚ ਰਲ ਜਾਓ, ਔਰ ਆ ਜਿਹੜੀ ਦਰਸ਼ਨ ਦੀ ਫਤਿਹ ਬੁਲਾਉਂਦੇ ਹੋਏ ਵੀ ਤਿਆਗ ਦਿਓ। ਬਰਨ ਸੰਗ ਮਿਲ ਬੈ ਛਕੋ ਕਹਾਵੋ ਪੰਥ ਪੁਚੰਗ। ਔਰ ਸਾਡੇ ਨਾਲ ਬਹਿ ਕੇ ਸਾਰੇ ਇਕੱਠੇ ਬਹਿ ਕੇ ਭੋਜਨ ਛਕੋ ਇੱਕ ਪੰਗਤ ਵਿੱਚ, ਤੇ ਸਾਰੇ ਭੁਜੰਗ ਸਿੰਘ ਕਹਾਓ, ਖਾਲਸਾ ਪੰਥ ਕਹਾਓ। ਬੰਦਈ ਖਾਲਸਾ ਨਾ ਕਹਾਓ, ਬੰਦਈ ਨਾ ਕਹਾਓ, ਪੰਥ ਖਾਲਸਾ ਕਹਾਓ। ਇੱਕ ਹੋ ਜਾਓ, ਸਾਡੇ ਨਾਲ ਮਿਲ ਜਾਓ ਤੇ ਆ ਕੇ ਜਿੰਨਾ ਹਿੱਸਾ ਲੈਣਾ ਲੈ ਲਵੋ। ਜੋ ਪਈ ਬੰਧਈਨ ਕੈ ਮਨ ਗਰਬੋ ਔਰ। ਬੰਦਈ ਇਹ ਗੱਲ ਨੂੰ ਨਹੀਂ ਸਮਝੇ। ਸਿੰਘ ਤਾਂ ਚਾਹੁੰਦੇ ਸੀ ਵੀ ਕਿਉਂ ਅਸੀਂ ਆਪਸ ਚ ਵੰਡੇ ਰਹੀਏ, ਪੰਥ ਚ ਮਿਲ ਕੇ ਇੱਕ ਰੂਪ ਹੋ ਜਾਈਏ। ਉਹ ਕਹਿਣ ਕਿ ਅਸੀਂ ਤਾਂ ਵੱਡੇ ਯੋਧੇ ਹੁੰਨੇ,
ਉਹ ਹੰਕਾਰ ਦੇ ਵਿੱਚ ਆਏ ਹੋਏ ਹੰਕਾਰ ਦੇ ਘੋੜੇ ਸਵਾਰ ਸਨ। ਉਹ ਚਾਹੇ ਬਿਸ਼ਨੋਈ ਚਲਾਇਓ ਤੋਰ। ਉਹ ਆਪਣਾ ਬਿਸ਼ਨੋਈ ਮਤ ਚਲਾਣਾ ਚਾਹੁੰਦੇ ਸੀ। ਉਹ ਤਾਂ ਲਸਣ ਤੱਕ ਨਹੀਂ ਸੀ ਵਰਤਦੇ, ਲੰਗਰ ਦੇ ਵਿੱਚ ਪਿਆਜ਼ ਨਹੀਂ ਸੀ ਵਰਤਦੇ। ਸਿੰਘ ਸ਼ਿਕਾਰ ਵੀ ਖੇਡ ਲੈਂਦੇ ਸੀ, ਉਹ ਸ਼ਿਕਾਰ ਵੀ ਨਹੀਂ ਸਨ ਖੇਡਦੇ। ਸੂਆ ਪਹਿਨਣਾ, ਹੋਰ ਬਹੁਤ ਸਾਰੇ ਫਰਕ ਜਿਹੜੇ ਸਨ ਉਹ ਪੰਥ ਨਾਲੋਂ ਇਹਨਾਂ ਨੇ ਪਾ ਲਏ। ਉਹ ਆਪਣਾ ਵੱਖਰਾ ਮਤ ਚਲਾਣਾ ਚਾਹੁੰਦੇ ਸੀ। ਹਮਰੇ ਗੁਰ ਮੈਂ ਬੜੋ ਕਰਾਮਾਤ। ਉਹ ਕਹਿਣ ਵੀ ਸਾਡਾ ਗੁਰੂ ਬੰਦਾ ਬਹਾਦਰ, ਅਸੀਂ ਤਾਂ ਉਹਨੂੰ ਮੰਨਦੇ, ਉਹ ਚ ਵੱਡੀ ਕਰਾਮਾਤ ਹੈ। ਹਮ ਸਰੋਂ ਜਮਾਵੇਂ ਉਪਰ ਹਾਥ। ਤੇ ਹੁਣ ਇਸ ਵੇਲੇ ਸਾਡਾ ਗੁਰੂ ਬੰਦੇ ਬਹਾਦਰ ਤੋਂ ਬਾਅਦ ਮਹੰਤ ਸਿੰਘ ਹੈ, ਚਮਿਆਰੀ ਪਿੰਡ ਦਾ ਰਹਿਣ ਵਾਲਾ। ਉਹ ਐਡਾ ਕਰਾਮਾਤੀ ਹੈ ਕਿ ਉਹ ਹੱਥ ਦੇ ਉੱਤੇ ਤਲੀ ਤੇ ਸਰੋਂ ਜਮਾ ਲੈਂਦਾ, ਸਰੋਂ ਜਮਾ ਕੇ ਵਿਖਾ ਦਿੰਦਾ। ਕਹਾਵਤ ਨਹੀਂ ਬਣੀ ਹੁੰਦੀ ਵੀ ਤਲੀ ਤੇ ਸਰੋਂ ਜਮਾਣੀ, ਕਹਿੰਦੇ ਉਹ ਤਲੀ ਤੇ ਸਰੋਂ ਜਮਾ ਲੈਂਦਾ। ਹੁਤੋ ਗੁਰੂ ਹਮ ਵੱਡ ਕਲ ਧਾਰੀ। ਸਾਡਾ ਜਿਹੜਾ ਗੁਰੂ ਹੈ ਉਹ ਵੱਡਾ ਕਲਾ ਧਾਰੀ ਹੈ। ਸੋ ਕੋਸਨ ਕਰ ਜਾਏ ਉਡਾਰੀ। ਉਹ 100 ਕੋਹਾਂ ਤੱਕ ਉਡਾਰੀ ਮਾਰ ਕੇ ਚਲਿਆ ਜਾਂਦਾ। ਦਰਸ਼ਨ ਛੈ ਜਗ ਮਦੇ ਆਦ। ਉਹਦੇ ਦਰਸ਼ਨ ਸਾਰੇ ਜਗਤ ਦੇ ਵਿੱਚ ਹਨ। ਖੱਟ ਦਰਸ਼ਨ ਜਿਹੜੇ ਜਗਤ ਵਿੱਚ ਨੇ, ਗੁਰੂ ਕਹਾਵੇਂ ਪਾਛਲ ਬਾਦ। ਉਹ ਸਾਰੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ। ਸਿੰਘਨ ਕਹੇ ਹਮ ਮਨੇ ਨ ਮੰਤਰ। ਉਹ ਕਹਿੰਦੇ ਸਾਡਾ ਗੁਰੂ ਵੀ, ਇਸ ਕਰਕੇ ਅਸੀਂ ਤਾਂ ਬੰਦੇ ਬਹਾਦਰ ਨੂੰ ਹੀ ਆਪਣਾ ਗੁਰੂ ਮੰਨਾਂਗੇ। ਬਾਬਾ ਬੰਦਾ ਸਿੰਘ ਜੀ ਨੇ ਨਹੀਂ ਗੁਰੂ ਕਹਾ ਕੇ ਆਪਣੀ ਪੂਜਾ ਕਰਾਈ, ਬਾਅਦ ਵਾਲਿਆਂ ਨੇ ਮੰਨਣਾ ਸ਼ੁਰੂ ਕਰ ਦਿੱਤਾ। ਸਿੰਘ ਕਹਿਣ ਲੱਗੇ ਭਾਈ ਤੁਸੀਂ ਮੰਨਦੇ ਹੋ ਉਹਨੂੰ ਗੁਰੂ, ਅਸੀਂ ਤਾਂ ਉਹਨੂੰ ਗੁਰੂ ਕਾ ਬੰਦਾ ਮੰਨਦੇ ਆ, ਤੇ ਸਾਡੇ ਗੁਰੂ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਇਹ ਗੱਲ ਸੁਣ ਲਓ। ਤੇਗ ਆਗੇ ਕੋ ਚਲੇ ਨਾ ਤੰਤਰ। ਅਸੀਂ ਤੁਹਾਡੇ ਕਿਸੇ ਮੰਤਰ ਜੰਤਰ ਨੂੰ ਨਹੀਂ ਮੰਨਦੇ। ਅਸੀਂ ਸਭ ਤੋਂ ਵੱਡਾ ਮੰਤਰ, ਸਭ ਤੋਂ ਵੱਡਾ ਤੰਤਰ ਤੇ ਸਭ ਤੋਂ ਵੱਡਾ ਜੰਤਰ ਸ਼੍ਰੀ ਸਾਹਿਬ ਤੇਗ ਨੂੰ ਮੰਨਦੇ ਆ। ਇਹਦੇ ਅੱਗੇ ਦੁਨੀਆ ਦਾ ਕੋਈ ਤੰਤਰ ਮੰਤਰ ਨਹੀਂ ਚੱਲਦਾ। ਹਾਂਜੀ, ਹਮ ਸੋ ਲਰੋ ਮਦਾਨੀ ਮਾਏ। ਕਹਿੰਦੇ ਆ ਜਾਓ ਫਿਰ, ਜੇ ਲੜਾਈ ਕਰਨੀ ਹੈ ਫਿਰ ਸਿੰਘਾਂ ਨੇ ਵੀ ਕਿੰਨਾ ਕੁ ਚਿਰ ਟਾਲਦੇ। ਸਿੰਘ ਵੀ ਕਹਿਣ ਲੱਗ ਪਏ, ਜਿਹੜੇ ਤਿਆਰ ਬਰ ਤਿਆਰ ਸਿੰਘ ਯੋਧੇ, ਉਹ ਕਹਿੰਦੇ ਫਿਰ ਆ ਜਾਓ ਮੈਦਾਨ ਵਿੱਚ ਪਤਾ ਕਰ ਲੈਨੇ ਆ। ਮੰਤਰ ਜੰਤਰ ਪਤੀ ਆਵੇ ਨਾਈ। ਤੁਸੀਂ ਆਪਣੇ ਮੰਤਰ ਜੰਤਰ ਲਾ ਲਓ ਜ਼ੋਰ, ਤੇ ਅਸੀਂ ਆਪਣੀ ਤਲਵਾਰ ਦੇ ਮੰਤਰ ਨਾਲ ਲੜਾਂਗੇ। ਤੇ ਵੇਖ ਲੈਨੇ ਆ ਪਤਿਆ ਕੇ ਜਮਾ ਕੇ ਕਿ ਸਾਡਾ ਤਲਵਾਰ ਦਾ ਮੰਤਰ ਜਿੱਤਦਾ ਜਾਂ ਤੁਹਾਡਾ ਮੰਤਰ ਤੰਤਰ ਜਿੱਤਦਾ। ਬਦਿਓ ਬਿਖਾ ਦੇਨ ਦੋਇਨ ਮਾਈ। ਗੱਲ ਕੀ ਏਦਾਂ ਕਾਫੀ ਕਸ਼ਮਕਸ਼ ਹੋ ਗਈ, ਆਪਸੀ ਵਿਵਾਦ ਵੱਧ ਗਿਆ। ਘਰੀ ਪਲਕ ਮੈਂ ਜਨ ਮਰ ਜਾਏ। ਇਹੋ ਜਿਹਾ ਗਰਮਾ ਗਰਮੀ ਦਾ ਮਾਹੌਲ ਹੋ ਗਿਆ ਵੀ ਤਲਵਾਰਾਂ ਤੱਕ ਵੀ ਧੂ ਲਈਆਂ ਕਈਆਂ ਨੇ, ਵੀ ਬਸ ਹੁਣ ਘੜੀ ਪਲਕ 'ਚ ਲੜ ਕੇ ਮਰ ਜਾਣ। ਭਾਈ ਬੁੱਢੇ ਕੇ ਉਹ ਸਾਲੋ ਕੇ ਹੋਤੇ। ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਚੋਂ ਅੱਗੇ ਮਹਾਂਪੁਰਸ਼ ਭਾਈ ਸਾਲੋ ਜੀ, ਭਾਈ ਬਹਿਲੋ ਜੀ ਵਰਗੇ ਗੁਰਮੁਖਾਂ ਦੇ ਜਿਹੜੇ ਅੰਸ਼ ਵੰਸ਼ ਸਨ। ਭਾਈ ਭਗਤੂ ਬਹਿਲੋ ਕੇ ਪੋਤੇ। ਭਾਈ ਬਹਿਲੋ ਦੇ ਪੋਤੇ ਭਾਈ ਭਗਤੂ ਦੇ ਜਿਹੜੇ ਭਾਈ ਕੇ ਸਨ। ਦੋਹਰਾ ਔਰ ਮਸੰਦਨ ਮੇਵੜਨ ਕੈਵਰ ਤਾਈ ਸ਼ਾਂਤ। ਇਹਨਾਂ ਵਿੱਚ ਸਭ ਤੋਂ ਮੁਖੀ ਸਨ ਸ਼ਹੀਦ ਭਾਈ ਮਨੀ ਸਿੰਘ ਜੀ। ਇਹਨਾਂ ਨੇ ਵਿੱਚ ਪੈ ਕੇ ਪਹਿਲਾਂ ਕਸ਼ਮਕਸ਼ ਹੋ ਗਈ ਲੜਾਈ, ਤਲਵਾਰਾਂ ਵੀ ਧੋ ਲੀਆਂ ਅਕਾਲ ਤਖਤ ਸਾਹਿਬ ਦੇ ਸਾਹਮਣੇ। ਤੇ ਇਹਨਾਂ ਸਾਰੇ ਸਿੰਘਾਂ ਨੇ ਜਿਹੜੇ ਮਹਾਂਪੁਰਸ਼ਾਂ ਦੀ ਅੰਸ਼ ਵੰਸ਼ ਵਿੱਚੋਂ ਸਨ ਭਾਈ ਮਨੀ ਸਿੰਘ ਜੀ, ਇਹਨਾਂ ਨੇ ਵਿੱਚ ਪੈ ਕੇ ਸ਼ਾਂਤੀ ਵਰਤਾਈ। ਭਾਈ ਲੜਦੇ ਚੰਗੇ ਨਹੀਂ ਲੱਗਦੇ, ਭਰਾ ਭਰਾ ਨੂੰ ਨਹੀਂ ਮਾਰਨ। ਸਿਆਣੇ ਸਿੰਘਾਂ ਨੇ ਵਿਚਾਰ ਕੀਤੀ ਵੀ ਹੋ ਤਾਂ ਭਰਾ ਹੀ ਆ ਨਾ, ਚਲੋ ਕੁਝ ਵਿਚਾਰਕ ਮਤ ਭੇਦ ਹੋ ਗਏ ਨੇ, ਤੁਸੀਂ ਆਪਣੀਆਂ ਰੋਹ ਰੀਤੀਆਂ ਟੋਰ ਲਈਆਂ ਨੇ, ਪਰ ਹੋ ਤਾਂ ਆਪਾਂ ਇੱਕੋ ਗੁਰੂ ਨਾਨਕ ਦੇ ਘਰ ਦੇ ਸਿੱਖ ਆ ਨਾ, ਇੱਕੋ ਬਗੀਚੇ ਦੇ ਫੁੱਲ ਆਪਾਂ। ਸਿਆਣੇ ਸਿੰਘਾਂ ਨੇ ਵਿੱਚ ਪੈ ਕੇ ਸ਼ਾਂਤੀ ਵਰਤਾਈ। ਹਿੰਦੂ ਲੜ ਮਰ ਜਾਏ ਜਿਮ ਤੁਰਕ ਚਾਹੇ ਵੈ ਬਾਤ। ਤੁਰਕ ਤਾਂ ਅੱਗੇ ਚਾਹੁੰਦੇ ਸੀ ਵੀ ਆਪਸ ਵਿੱਚ ਲੜ ਕੇ ਮਰ ਜਾਣ ਤੇ ਸਾਡੀ ਮਨ ਭਾਉਂਦੀ ਹੋ ਜਾਏ। ਚੋਪਈ ਦੋ ਔਰ ਕੇ ਸਿਆਣੇ ਬੋਲੇ। ਉਧਰ ਬੰਦਈਆਂ ਵਿੱਚ ਵੀ ਕੁਝ ਸਿਆਣੇ ਸਿੰਘ ਸੀ, ਜਿਹੜੇ ਭਾਈ ਬਹਿਲੋ ਕੇ ਜਾਂ ਭਾਈ ਭਗਤੂ ਦੇ ਪਰਿਵਾਰਾਂ ਵਿੱਚੋਂ ਭਾਈ ਫਤਿਹ ਸਿੰਘ ਜੀ ਵਰਗੇ ਸੀ ਨਾ, ਸਮਾਣੇ ਦਾ ਉਹਨਾਂ ਨੂੰ ਬਾਬਾ ਬੰਦਾ ਸਿੰਘ ਜੀ ਨੇ ਗਵਰਨਰ ਲਾਇਆ ਸੀ।
ਉਹ ਵੀ ਬੰਦਈਆਂ ਵਾਲੇ ਪਾਸੇ ਸੀ ਉਸ ਵੇਲੇ। ਉਹਨਾਂ ਨੇ ਆਪਸ ਵਿੱਚ ਜਿਹੜੇ ਸਿਆਣੇ ਸਿੰਘ ਦੋਹਾਂ ਪਾਸੇ ਸਨ, ਉਹਨਾਂ ਨੇ ਵਿੱਚ ਪੈ ਕੇ ਸ਼ਾਂਤੀ ਵਰਤਾਈ। ਜਿਮ ਸਭ ਬਚੇ ਬਾਤ ਕੋ ਟੋਲੇ। ਉਹ ਕਹਿੰਦੇ ਵੀ ਆਪਣਾ ਫੈਸਲਾ ਵੀ ਹੋ ਜਾਏ ਤੇ ਲੜਾਈ ਵੀ ਨਾ ਕਰਨੀ ਪਏ, ਕੋਈ ਏਦਾਂ ਦਾ ਰਾਹ ਲੱਭੀਏ। ਸਿਆਣੇ ਸਿੰਘ ਭਾਈ ਮਨੀ ਸਿੰਘ ਜੀ ਵਰਗੇ ਸਾਰੇ ਸਿੰਘ ਵਿਚਾਰ ਕਰਦੇ ਆਪਸ ਵਿੱਚ ਕਿ ਜਿਹੜਾ ਇਹ ਚੜਾਵਾ ਚੜਿਆ ਇਹਦੇ ਚੋਂ ਅੱਧ ਦੇਣਾ ਕਿ ਨਹੀਂ ਦੇਣਾ, ਉਹਦਾ ਫੈਸਲਾ ਵੀ ਹੋ ਜਾਏ ਔਰ ਲੜਾਈ ਵੀ ਨਾ ਕਰਨੀ ਪਵੇ, ਕੋਈ ਏਦਾਂ ਦਾ ਰਸਤਾ ਲੱਭੀਏ। ਜੋ ਤੁਮ ਮਨੋ ਹਮਾਰੀ ਸਲਾਹ। ਕਹਿੰਦੇ ਜੇ ਤੁਸੀਂ ਸਾਡੀ ਸਲਾਹ ਮੰਨ ਲਓ ਦੋ ਔਰ ਬੋ ਸ਼ਾਂਤ ਵਰਤਾਏ। ਤਾਂ ਦੋਹਾਂ ਪਾਸੇ ਸ਼ਾਂਤੀ ਵਰਤ ਸਕਦੀ ਹੈ। ਕਰਤੇ ਪੁਰਖ ਪਰ ਰਾਖੋ ਬਾਤ। ਕਹਿੰਦੇ ਜੀ ਉਹ ਕਿਵੇਂ? ਭਾਈ ਮਨੀ ਸਿੰਘ ਜੀ ਬੋਲੇ, ਕਹਿੰਦੇ ਕਰਤਾ ਪੁਰਖ ਦੇ ਉੱਤੇ ਟੇਕ ਰੱਖੋ। ਫਿਰ ਇਹ ਫੈਸਲਾ ਤੁਸੀਂ ਕਰਤਾ ਪੁਰਖ ਦੇ ਉੱਤੇ ਛੱਡੋ। ਕਰਤਾ ਕਰੇ ਸੋ ਮੰਨ ਲਿਓ ਬਾਤ। ਇਹ ਦੱਸੋ ਵੀ ਦੋਵੇਂ ਧਿਰਾਂ ਜੋ ਕਰਤਾ ਪੁਰਖ ਕਰੇਗਾ ਮੰਨੋਗੇ? ਇਹ ਦੱਸੋ ਹੁਣ। ਭਾਈ ਮਨੀ ਸਿੰਘ ਜੀ, ਦੀਵਾਨ ਦਰਬਾਰਾ, ਜਿੰਨੇ ਵੀ ਸਿੰਘ ਸੀ ਵਿੱਚ ਸਿਆਣੇ, ਉਹ ਕਹਿਣ ਲੱਗੇ ਬੰਦਈਆਂ ਨੂੰ ਵੀ ਤੇ ਤਤ ਖਾਲਸੇ ਨੂੰ ਵੀ, ਜੋ ਕਰਤਾ ਪੁਰਖ ਕਰੇਗਾ ਉਹਨੂੰ ਮੰਨੋਗੇ? ਹਾਂਜੀ। ਹੈ ਸਭ ਹੱਥ ਸੋ ਕਰਤੈ ਜਾਨੋ। ਕਿਉਂਕਿ ਸਭ ਕੁਝ ਤਾਂ ਕਰਤੇ ਦੇ ਹੱਥ ਹੈ ਨਾ, ਆਪਣੇ ਹੱਥ ਤਾਂ ਕੁਝ ਨਹੀਂ। ਇਹ ਤਾਂ ਤੁਸੀਂ ਵੀ ਮੰਨਦੇ ਹੋ, ਤੇ ਜੋ ਕਰਤਾ ਕਰੇ ਤੇ ਉਹ ਤੁਹਾਨੂੰ ਵੀ ਮੰਨਣਾ ਚਾਹੀਦਾ ਹੈ। ਕਾਹੇ ਲੜ ਕਰ ਮਰਨੇ ਠਾਨੋ। ਕਿਉਂ ਤੁਸੀਂ ਲੜ ਕੇ ਮਰਨਾ ਠਾਣਿਆ ਹੋਇਆ? ਮਰ ਕੇ ਥੋੜੀ ਫੈਸਲੇ ਹੁੰਦੇ ਆ, ਜਿਉਂਦਿਆਂ ਜੀ ਫੈਸਲਾ ਕਰ ਲਓ। ਲਿਖ ਦੋਏ ਚਿੱਠੀ ਦਰਬਾਰ ਰਖਾਵੋ। ਕਹਿੰਦੇ ਫਿਰ ਕੀ ਕਰੀਏ? ਵਿਚਾਰ ਹੋਈ ਕਿ 2 ਚਿੱਠੀਆਂ ਲੈ ਕੇ ਪਹਿਲਾਂ ਦਰਬਾਰ ਸਾਹਿਬ ਅਰਦਾਸ ਕਰੀਏ। ਇੱਕ ਬੰਦਈਆਂ ਦੀ ਲਿਖੀਏ, ਇੱਕ ਤਤ ਖਾਲਸੇ ਦੀ ਲਿਖੀਏ। ਇੱਕ ਤੇ ਲਿਖੀਏ ਫਤਿਹ ਦਰਸ਼ਨ ਕੀ, ਇੱਕ ਤੇ ਲਿਖੀਏ ਫਤਿਹ ਵਾਹਿਗੁਰੂ ਦੀ। ਤੇ ਦੋਵੇਂ ਚਿੱਠੀਆਂ ਦਰਬਾਰ ਸਾਹਿਬ ਲਿਜਾ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ। ਅਕੇ ਸੁਮਦ ਤਲਾਵੇਂ ਪਾਵੇਂ। ਜੇ ਦਰਬਾਰ ਸਾਹਿਬ ਅੱਗੇ ਰੱਖ ਕੇ ਤੁਸੀਂ ਚੁਕਾ ਲਓ ਕਿਸੇ ਬੱਚੇ ਕੋਲੋਂ ਅਰਦਾਸ ਕਰਕੇ, ਜਿਹਦੀ ਚਿੱਠੀ ਨਿਕਲ ਆਵੇ ਉਹਦੀ ਜਿੱਤ ਹੈ, ਦੂਜਿਆਂ ਨੂੰ ਉਹਦੇ ਵਿੱਚ ਮਿਲਣਾ ਪਵੇਗਾ। ਜੇ ਬੰਦਈ ਜਿੱਤ ਕੇ ਤਤ ਖਾਲਸਾ ਬੰਦਈਆਂ ਵਿੱਚ ਰਲ ਜਾਏ, ਜੇ ਬੰਦਈ ਖਾਲਸਾ ਹਾਰ ਜਾਂਦਾ ਤੇ ਉਹ ਤਤ ਖਾਲਸੇ ਵਿੱਚ ਆ ਕੇ ਰਲ ਜਾਏ। ਜੇ ਆਹ ਕੰਮ ਨਹੀਂ ਕਰਨਾ ਤੇ ਫਿਰ ਅਰਦਾਸ ਕਰਕੇ ਜਿਹੜੀ ਹਰ ਕੀ ਪੌੜੀ ਹੈ ਉੱਥੇ ਜਾ ਕੇ ਦੋਵੇਂ ਚਿੱਠੀਆਂ ਆਪਾਂ ਸਰੋਵਰ 'ਚ ਪਾ ਦਈਏ। ਹਾਂਜੀ। ਫਤਿਹ ਗੁਰੂ ਫਤਿਹ ਦਰਸ਼ਨ ਵਾਰੀ। ਇੱਕ ਤੇ ਫਤਿਹ ਦਰਸ਼ਨ ਕੀ, ਇੱਕ ਦੇ ਉੱਤੇ ਫਤਿਹ ਵਾਹਿਗੁਰੂ ਕੀ, ਦੋਵੇਂ ਲਿਖ ਕੇ ਸਰੋਵਰ ਵਿੱਚ ਪਾ ਦਈਏ। ਜੋ ਤਾਰੇ ਆਵੇ ਸੋ ਲਿਓ ਤਾਰੀ। ਜਿਹੜੀ ਚਿੱਠੀ ਜਿਹਦੀ ਤਾਰਾ ਹੀ ਪਾਣੀ ਵਿੱਚੋਂ ਸਰੋਵਰ 'ਚੋਂ ਗੁਰੂ ਰਾਮਦਾਸ ਸਾਹਿਬ ਨੇ ਤਾਰ ਦਿੱਤੀ, ਉਹ ਸਾਰੇ ਪੰਥ ਨੂੰ ਮੰਨਣੀ ਪਏਗੀ। ਜੋ ਬੰਦਈਆਂ ਦੇ ਪੱਖ ਦੀ ਆਈ ਤਾਂ ਤਤ ਖਾਲਸੇ ਨੂੰ ਮੰਨਣੀ ਪਏਗੀ। ਜੇ ਤਤ ਖਾਲਸੇ ਦੇ ਪੱਖ ਦੀ ਚਿੱਠੀ ਤਰੀ ਤੇ ਬੰਦਈਆਂ ਨੂੰ ਮੰਨਣੀ ਪਵੇਗੀ। ਏਦਾਂ ਫਿਰ ਤੁਹਾਡਾ ਫੈਸਲਾ ਹੋ ਜਾਏਗਾ। ਡੂਬ ਜਾਏ ਤਿਸ ਦੂਰੇ ਕਰਿਓ। ਜਿਹਦੀ ਚਿੱਠੀ ਡੁੱਬ ਗਈ ਉਹਨੂੰ ਆਪਣੀਆਂ ਮਰਿਆਦਾਵਾਂ ਛੱਡਣੀਆਂ ਪੈਣਗੀਆਂ। ਜੇ ਬੰਦਈਆਂ ਦੀ ਡੁੱਬੀ ਤਾਂ ਉਹਨਾਂ ਨੂੰ ਆਪਣੀਆਂ ਰੋ ਰੀਤੀਆਂ, ਤੇ ਜੇ ਤਤ ਖਾਲਸੇ ਨੂੰ ਉਹਨਾਂ ਨੂੰ ਬੰਦਈਆਂ ਦੀ ਰੋ ਰੀਤ ਧਾਰਨੀ ਕਰਨ ਪਵੇਗੀ। ਏਦਾਂ ਇਹ ਫੈਸਲਾ ਹੋਇਆ। ਨੈ ਉਸ ਕੇ ਕੋ ਪੰਥ ਪਰ ਚੁਰਿਓ। ਕਹਿੰਦੇ ਫਿਰ ਉਹਦੇ ਪੰਥ ਦਾ ਪ੍ਰਚਾਰ ਵੀ ਨਹੀਂ ਹੋਣਾ, ਉਹ ਵਾਧਾ ਵੀ ਨਹੀਂ ਹੋਣਾ। ਤੁਰਕ ਕਹੇ ਜਾਵੇਂ ਦੋ ਡੂਬ। ਫਿਰ ਲੱਗ ਗਿਓ ਥਾਣੇਦਾਰ ਵੀ, ਉਹ ਤਾਂ ਲੜਾਣਾ ਚਾਹੁੰਦਾ ਸੀ, ਉਹ ਵੇਖੇ ਵੀ ਇਹਦਾ ਫੈਸਲਾ ਆਪਣੇ ਤਰੀਕੇ ਨਾਲ ਕਰਨ ਲੱਗ ਪਏ। ਉਹ ਕੋਲੋਂ ਬੋਲਿਆ, ਕਹਿੰਦਾ ਜੇ ਦੋਵੇਂ ਡੁੱਬ ਗਈਆਂ ਤੋ ਹਮਰੋ ਕੰਮ ਹੋਏ ਸਭ ਖੂਬ। ਉਹ ਕਹਿਣ ਲੱਗਾ ਫਿਰ ਸਾਡਾ ਕੰਮ ਖੂਬ ਹੋਵੇਗਾ, ਫਿਰ ਸਾਰਾ ਪ੍ਰਬੰਧ ਸਾਡਾ, ਸਾਰਾ ਚੜਾਵਾ ਸਾਡਾ, ਫਿਰ ਸਾਰਾ ਕੁਝ ਸਾਡਾ ਹੋਵੇਗਾ। ਦੋਹਰਾ ਦੋਇਨ ਬਾਤ ਇਹ ਮੰਨ ਲਈ ਉਪਰ ਰੱਖੀ ਕਰਤਾਰ। ਇਹ ਗੱਲ ਬੰਦਈਆਂ ਨੇ ਵੀ ਮੰਨ ਲਈ ਤੇ ਇਹ ਗੱਲ ਤਤ ਖਾਲਸੇ ਨੇ ਵੀ ਮੰਨ ਲਈ। ਹੁਣ ਕਰਤਾ ਪੁਰਖ ਦੇ ਉੱਤੇ ਛੱਡ ਦਿੱਤਾ ਫੈਸਲਾ ਕਿ ਹੁਣ ਇਹ ਫੈਸਲਾ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਕਰਨਗੇ। ਪਾਤਸ਼ਾਹੀ ਕਰਨੀ ਖਾਲਸੋ ਸੋ ਕਿਮ ਹੋਵੋ ਗੁਹਾਰ। ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸੇ ਨੇ ਪਾਤਸ਼ਾਹੀ ਕਰਨੀ ਸੀ,
ਖਾਲਸੇ ਦੀ ਹਾਰ ਕਿਵੇਂ ਹੁੰਦੀ ਹੈ? ਖਾਲਸਾ ਤਾਂ ਕਲਗੀਧਰ ਪਾਤਸ਼ਾਹ ਨੇ ਸਾਜਿਆ, ਇਹਦੀ ਕਿਵੇਂ ਹਾਰ ਹੋਣੀ ਸੀ? ਇਸ ਕਰਕੇ ਨਹੀਂ ਹਾਰਿਆ ਖਾਲਸਾ। ਉਹ ਹੁਣ ਤੁਹਾਨੂੰ ਦੱਸਦੇ ਹਾਂ। ਚੌਪਈ ਹੋਈ ਖਾਲਸੇ ਦ੍ਰਿੜ ਤੋ ਚੀਤ। ਖਾਲਸੇ ਦੇ ਹਿਰਦੇ 'ਚ ਦ੍ਰਿੜ ਨਿਸ਼ਚਾ ਸੀ ਵੀ ਸਾਡੀ ਚਿੱਠੀ ਤਾਰਾਉਣੀ ਹੈ, ਕਿਉਂਕਿ ਇਹ ਚਿੱਠੀ ਕਲਗੀਧਰ ਦੇ ਖਾਲਸੇ ਦੀ ਹੈ। ਉਹ ਬੰਦੇ ਦੀ ਬੰਦਾਈ ਖਾਲਸਾ ਕਹਾਉਂਦੇ ਆਪਣੇ ਆਪ ਨੂੰ, ਉਹਨਾਂ ਦੀ ਚਿੱਠੀ ਨਹੀਂ ਤਰਨੀ। ਖਾਲਸੇ ਨੂੰ ਪਹਿਲਾਂ ਹੀ ਪੱਕਾ ਨਿਸ਼ਚਾ ਸੀ। ਹਮਕੋ ਗੁਰ ਕੀ ਸਤ ਪ੍ਰਤੀਤ। ਖਾਲਸੇ ਨੂੰ ਸਤ ਪ੍ਰਤੀਤ ਸੀ ਕਿ ਕਲਗੀਧਰ ਦੀ ਸਾਨੂੰ ਸੱਚੀ ਪ੍ਰਤੀਤ ਹੈ। ਵਧੇ ਖਾਲਸੇ ਦਿਨ ਦਿਨ ਕਲਾ। ਕਿ ਖਾਲਸੇ ਦੀ ਕਲਾ ਦਿਨ ਪ੍ਰਤੀ ਦਿਨ ਵਧਣੀ ਹੈ। ਖਾਲਸੇ ਦੇ ਤਾਂ ਵਾਧੇ ਵਧਣੇ ਹਨ। ਸਗਨ ਸੋਨ ਸਭ ਹੋਊਗੋ ਭਲਾ। ਕਿਉਂਕਿ ਖਾਲਸੇ ਨੇ ਵੇਖ ਲਈ, ਹਵਾ ਵੇਖ ਲਈ ਕਿ ਕਰਤਾ ਪੁਰਖ ਦੀ ਜਿਹੜੀ ਹਵਾ ਸਾਡੇ ਵੱਲ ਵਗਦੀ ਹੈ, ਤੇ ਉਸ ਵੇਲੇ ਖਾਲਸੇ ਦੇ ਅੰਦਰ ਪੂਰਾ ਪਰਪੱਕ ਨਿਸ਼ਚਾ ਹੋ ਗਿਆ। ਸੋਰਠਾ ਲਾਗੇ ਕੋਈ ਸਿੰਘ ਪੜਦਾ ਸੀ, ਜਦੋਂ ਇਹ ਵਿਚਾਰ ਹੋ ਰਹੀ ਸੀ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਸਿੰਘਾਂ ਨੂੰ ਪ੍ਰਤੀਤ ਬਣ ਗਏ ਵੀ ਖਾਲਸੇ ਦੀ ਜਿੱਤ ਹੋਣੀ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਖਾਲਸੇ ਦੇ ਅੰਦਰ ਪ੍ਰਤੀਤ ਬਣ ਗਈ। ਸੋਰਠਾ ਚਿੱਠੀ ਲਿਖੀ ਬਣਾਏ ਜਿਮ ਜਿਮ ਆਖੀ ਮੁਨਸਬ। ਉਹ ਜਿਹੜਾ ਮੁਨਸਬ ਵਿੱਚ ਪੜਾਇਆ ਸੀ ਨਾ ਦਰੋਗਾ ਮੁਸਲਮਾਨ, ਉਹਨੇ ਜਿਵੇਂ ਕਿਹਾ ਉਹਨੂੰ ਸਿੰਘਾਂ ਨੇ ਕਿ ਜਿਵੇਂ ਚਿੱਠੀ ਲਿਖਣੀ, ਇੱਕ ਚਿੱਠੀ ਤੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਜੀ ਚਿੱਠੀ ਤੇ ਲਿਖਿਆ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ। ਇਹ ਦੋ ਚਿੱਠੀਆਂ ਲਿਖੀਆਂ ਗਈਆਂ। ਧਰੀ ਦਰਬਾਰ ਸੁਜਾਏ ਹਾਥ ਜੋੜ ਦੋ ਵੱਲ ਖੜੇ। ਇੱਕ ਪਾਸੇ ਤਤ ਖਾਲਸਾ ਖਲੋ ਗਿਆ, ਇੱਕ ਪਾਸੇ ਬੰਦਈ ਖਾਲਸਾ। ਦੋਵਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ 'ਚ ਭਾਈ ਮਨੀ ਸਿੰਘ ਸ਼ਹੀਦ, ਜੋ ਸੱਚਖੰਡ ਹਰਮੰਦਰ ਸਾਹਿਬ ਦੇ ਉਸ ਵੇਲੇ ਦੇ ਹੈਡ ਗ੍ਰੰਥੀ ਸਾਹਿਬ ਸਨ, ਉਹਨਾਂ ਨੇ ਅਰਦਾਸ ਕੀਤੀ। ਚੌਪਈ ਹੇ ਸਤਿਗੁਰ ਸਭ ਜਾਨੀ ਜਾਨ। ਅਰਦਾਸ ਕੀਤੀ ਹੈ ਸਤਿਗੁਰੂ ਜੀ ਤੁਸੀਂ ਸਭ ਕੁਝ ਜਾਣਦੇ ਹੋ, ਜਾਣੀ ਜਾਣ ਹੋ, ਅੰਤਰਜਾਮੀ ਹੋ। ਭੂਤ ਭਵਿੱਖਤ ਓ ਵਰਤਮਾਨ। ਕਿੰਨਾ ਕਾਲਾਂ ਦੇ ਤੁਸੀਂ ਗਿਆਤਾ ਹੋ। ਜੋ ਤੂੰ ਪੰਥ ਵਧਾਇਆ ਲੋੜੇ। ਮਹਾਰਾਜ ਜਿਹੜਾ ਪੰਥ ਤੁਸੀਂ ਵਧਾਉਣਾ ਚਾਹੁੰਦੇ ਹੋ, ਲਾ ਕਰ ਪ੍ਰਿਥਵੀ ਜੋ ਨਿਭੈ ਓੜੇ। ਜਿਹੜਾ ਪ੍ਰਿਥਵੀ ਦੇ ਅੰਤ ਤੱਕ ਵੀ ਨਾਲ ਨਿਭੇ, ਭਾਵ ਸदैवी ਰਹੇ। ਇਹੋ ਜੇ ਪੰਥ ਨੂੰ ਜਿਸ ਨੂੰ ਵੀ ਤੁਸੀਂ ਵਧਾਉਣਾ ਚਾਹੁੰਦੇ ਹੋ, ਤਾਂ ਕੀ ਚਿੱਠੀ ਅਬ ਤਰ ਆਵੇ। ਮਹਾਰਾਜ ਉਹਦੀ ਚਿੱਠੀ ਸਰੋਵਰ ਦੇ ਵਿੱਚ ਤਾਰ ਆਵੇ। ਭਾਈ ਮਨੀ ਸਿੰਘ ਨੇ ਸਾਂਝੀ ਜਿਹੜਾ ਪੰਥ, ਜੇ ਬੰਦਈਆਂ ਦਾ ਪੰਥ ਵਧਾਉਣਾ, ਜੇ ਤਤ ਖਾਲਸਾ ਪੰਥ ਖਾਲਸਾ ਵਧਾਉਣਾ, ਮਹਾਰਾਜ ਜਿਸ ਨੂੰ ਵਧਾਉਣਾ ਉਹਦੀ ਚਿੱਠੀ ਪਾਣੀ 'ਚ ਤਾਰਾਵੇ। ਜਿਸ ਪੰਥ ਘਟਨੋ ਉਸ ਬੁੱਢ ਜਾਵੇ। ਤੇ ਜਿਸ ਦਾ ਪੰਥ ਡੁੱਬਣਾ ਹੋਵੇ, ਭਾਵ ਜਿਸ ਪੰਥ ਨੇ ਸਮਾਪਤ ਹੋਣਾ ਹੋਵੇ, ਉਹਦੀ ਚਿੱਠੀ ਡੁੱਬ ਜਾਵੇ। ਤੁਮ ਤੈ ਛਾਨੀ ਕੋ ਨਾ ਬਾਤੇ। ਮਹਾਰਾਜ ਤੁਹਾਡੇ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੋਈ। ਤੁਮ ਨਿਜ ਕਰਤੇ ਨਿਜੈ ਵਿਧਾਤੇ। ਮਹਾਰਾਜ ਤੁਸੀਂ ਕਰਤਾ ਪੁਰਖੋ ਵਿਧਾਤੇ ਹੋ ਸਾਰੇ ਜਗਤ ਦੇ। ਹੁਤ ਕੰਨਿਆ ਤੈ ਸੂਤ ਕਤਾਇਆ। ਕਹਿੰਦੇ ਇੱਕ ਲੜਕੀ ਦੇ ਕੋਲੋਂ ਨਾ ਸੂਤਰ, ਛੋਟੀ ਬੱਚੀ ਸੀ, ਉਹਨੂੰ ਕਿਹਾ ਵੀ ਤੂੰ ਇਸ ਚਿੱਠੀਆਂ ਦੇ ਉੱਤੇ ਸੂਤਰ ਬੰਨ੍ਹ ਦੇ, ਵੀ ਚੰਗੀ ਤਰ੍ਹਾਂ ਕਿ ਪਾਣੀ ਦੇ ਵਿੱਚ ਭਿੱਜ ਕੇ ਵਿੱਚ ਲਿਖਿਆ ਹੋਇਆ ਜਿਹੜਾ ਸ਼ਾਹੀ ਦੇ ਅੱਖਰ ਨੇ ਉਹ ਮਿਟਣ ਨਾ ਉਸ ਤਰੀਕੇ ਦੇ ਨਾਲ। ਉਹਦੇ ਕੋਲੋਂ ਸੂਤਰ ਕਤਾ ਕੇ ਉੱਤੇ ਸੂਤਰ ਬਣਾਇਆ। ਦੋਏ ਚਿੱਠਨ ਕੇ ਉੱਪਰ ਬੰਧਾਇਆ। ਛੋਟੀ ਜਿਹੀ ਬੱਚੀ ਸੀ, ਉਹਨੇ ਆਪਣੀ ਮਰਜ਼ੀ ਦੇ ਨਾਲ ਦੋਹਾਂ ਦੇ ਉੱਤੇ ਸੂਤਰ ਕੱਤਿਆ ਹੋਇਆ ਉਹ ਚੰਗੀ ਤਰ੍ਹਾਂ ਲਪੇਟ ਦਿੱਤਾ। ਸਦ ਬਾਲਕ ਹੱਥ ਦਈ ਤਰਾਏ। ਇੱਕ ਬੱਚੇ ਨੂੰ ਬੁਲਾਇਆ ਵੀ ਕਿਤੇ ਕੋਈ ਆਖੇ ਵੀ ਵੱਡੇ ਨੇ ਕੋਈ ਇਹ ਸ਼ਰਾਰਤ ਕਰਨਗੇ। ਬੱਚੇ ਦੇ ਕੋਲੋਂ ਹੀ ਉਹ ਦੋਵੇਂ ਚਿੱਠੀਆਂ ਮਹਾਰਾਜ ਜੀ ਦੇ ਅੱਗੋਂ ਚਕਾਈਆਂ। ਚਕਾ ਕੇ ਜਿੱਥੇ ਹਰ ਕੀ ਪੌੜੀ ਹੈ ਉੱਥੇ ਆ ਕੇ ਕਹਿੰਦੇ ਉਹ ਦੋਵੇਂ ਚਿੱਠੀਆਂ ਇੱਕ ਬੱਚੇ ਦੇ ਕੋਲੋਂ ਸਰੋਵਰ ਦੇ ਵਿੱਚ ਰਖਵਾਈਆਂ। ਮਦ ਦਰਬਾਰ ਹਰ ਪੌੜੀ ਥਾਈ। ਹਰ ਕੀ ਪੌੜੀ ਵਾਲੇ ਸਥਾਨ ਦੇ ਉੱਤੇ ਜਾ ਕੇ, ਹਰ ਕੀ ਪੌੜੀ ਉਹ ਜਗ੍ਹਾ ਹੈ ਜਿੱਥੇ ਦਰਬਾਰ ਸਾਹਿਬ ਦੀ ਸੇਵਾ ਜਦੋਂ ਸੰਪੂਰਨ ਹੋਈ,
ਸਭ ਤੋਂ ਪਹਿਲੀ ਵਾਰ ਜਿੱਥੋਂ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਜਲ ਦਾ ਚੂੜਾ ਲਿਆ, ਉਹ ਹਰ ਕੀ ਪੌੜੀ ਪਾਵਨ ਸਥਾਨ। ਇਸੇ ਕਰਕੇ ਹੁਣ ਵੀ ਜਿੰਨੀਆਂ ਸੰਗਤਾਂ ਜਾਂਦੀਆਂ ਨੇ ਦਰਬਾਰ ਸਾਹਿਬ, ਉਹ ਪੰਜਵੇਂ ਪਾਤਸ਼ਾਹ ਦੀਆਂ ਪਾਈਆਂ ਲੀਹਾਂ ਦੇ ਉੱਤੇ ਚੱਲ ਕੇ ਉੱਥੋਂ ਹੀ ਜਲ ਛਕਦੇ ਆ। ਉਹ ਹਰ ਕੀ ਪੌੜੀ ਵਾਲੇ ਸਥਾਨ ਦੇ ਉੱਤੇ ਦੋਵੇਂ ਚਿੱਠੀਆਂ ਜਿਹੜੀਆਂ ਸਨ, ਉਹ ਸਰੋਵਰ ਵਿੱਚ ਤਾਲ ਵਿੱਚ ਪਾਈਆਂ। ਇੱਕ ਬਾਰ ਦੋ ਹੇਠਾਂ ਗਈ। ਕਹਿੰਦੇ ਜਦੋਂ ਚਿੱਠੀਆਂ ਪਾਈਆਂ ਨਾ ਦੋਵੇਂ, ਇੱਕ ਵਾਰ ਤਾਂ ਦੋਵੇਂ ਡੁੱਬ ਗਈਆਂ ਥੱਲੇ। ਜਦੋਂ ਰੱਖੀਆਂ, ਵੇਖੋ ਮਹਾਰਾਜ ਜੀ ਦੀ ਖੇਡ ਹੈ, ਗੁਰੂ ਸਾਹਿਬ ਦੀ ਜ਼ਾਹਰ ਕਲਾ ਵਰਤਦੀ ਹੈ ਗੁਰੂ ਖਾਲਸਾ ਜੀ। ਜੇ ਗੁਰੂ ਤੇ ਭਰੋਸਾ ਰੱਖੀਏ, ਸਾਡੇ ਅੰਦਰ ਭਰੋਸਾ ਨਹੀਂ, ਇਸ ਕਰਕੇ ਆਪਾਂ ਕਹਿ ਦਿੰਦੇ ਆ ਕੋਈ ਕਰਾਮਾਤ ਨਹੀਂ, ਕੋਈ ਕਲਾ ਨਹੀਂ। ਜਿਹੜੇ ਭਰੋਸਾ ਰੱਖਦੇ ਆ ਉਹ ਕਹਿੰਦੇ ਆ ਸਭ ਕੁਝ ਹੈ। ਗੱਲ ਤਾਂ ਭਰੋਸੇ ਦੀ ਹੈ ਨਾ। ਭਰੋਸਾ ਆਪਣਾ ਨਹੀਂ ਹੈ ਤੇ ਕਈ ਜਾਣਾ ਜੀ ਗੁਰੂ ਥੋੜੀ ਕਰਾਮਾਤ ਵਿਖਾਉਂਦਾ। ਗੁਰੂ ਵਿਖਾਉਂਦਾ ਨਹੀਂ, ਗੁਰੂ ਦੀ ਕਰਾਮਾਤ ਸੁੱਤੇ ਸਿੱਧ ਵਰਤਦੀ ਹੈ। ਗੁਰੂ ਵਿਖਾਉਂਦਾ ਨਹੀਂ ਹੈ, ਗੁਰੂ ਦੀ ਕਰਾਮਾਤ ਸੁੱਤੇ ਸਿੱਧ ਵਰਤ ਜਾਂਦੀ ਹੈ। ਸੁਭਾਵਕ ਹੀ ਸੂਰਜ ਨੂੰ ਰੋਸ਼ਨੀ ਦੇਣੀ ਨਹੀਂ ਪੈਂਦੀ, ਜਦੋਂ ਉਹਨੇ ਚੜ੍ਹਨਾ ਆਪੇ ਉਹਦੀ ਰੋਸ਼ਨੀ ਹੋ ਜਾਣੀ ਆਪਣੇ ਆਪ ਹੀ। ਹਿਮਾਲਿਆ ਦੇ ਪਰਬਤ ਤੇ ਜਾ ਕੇ ਨਾ, ਬਰਫ਼ ਦੇ ਕੋਲ ਜਾ ਕੇ ਠੰਡ ਮੰਗਣੀ ਨਹੀਂ ਪੈਂਦੀ, ਉੱਥੋਂ ਸੁਭਾਵਕ ਹੀ ਸ਼ੀਤਲਤਾ ਮਿਲ ਜਾਂਦੀ। ਗੁਰੂ ਦੀ ਕਰਾਮਾਤ, ਗੁਰੂ ਦੀ ਕਲਾ ਸੁੱਤੇ ਹੀ ਵਰਤਦੀ ਹੈ। ਸਾਡੇ ਅੰਦਰ ਭਰੋਸਾ ਹੋਣਾ ਚਾਹੀਦਾ। ਭਰੋਸੇ ਵਾਲੇ ਗੁਰੂ ਦੀ ਜ਼ਾਹਰ ਕਲਾ ਨੂੰ ਵੇਖ ਲੈਂਦੇ ਆ, ਤੇ ਜਿਨ੍ਹਾਂ ਦੇ ਅੰਦਰ ਬੇਪ੍ਰਤੀਤੀ ਤੇ ਬੇਭਰੋਸਗੀ ਹੈ, ਉਹਨਾਂ ਨੂੰ ਗੁਰੂ ਦੀ ਜ਼ਾਹਰ ਕਰਾਮਾਤ ਵੇਖ ਕੇ ਵੀ ਸ਼ੰਕਾ ਪੈਦਾ ਹੁੰਦਾ, ਇਹ ਕਰਾਮਾਤ ਨਹੀਂ ਹੈ। ਖੈਰ, ਮਹਾਰਾਜ ਜੀ ਦੀ ਕਲਾ ਵਰਤਣੀ ਸੀ। ਕਹਿੰਦੇ ਇੱਕ ਵਾਰ ਦੋਵੇਂ ਚਿੱਠੀਆਂ ਡੁੱਬ ਗਈਆਂ। ਦੋ ਤਰਫ ਕੋ ਚਿੰਤਾ ਪਈ। ਹੁਣ ਦੋਹਾਂ ਪਾਸਿਆਂ ਦੇ ਸਿੰਘ ਖੜੇ, ਬੰਦਈ ਵੀ ਤੇ ਤਤ ਖਾਲਸੇ ਦੇ ਮੁਖੀ ਸਿੰਘ ਖੜੇ ਸੀ। ਦੋਹਾਂ ਪਾਸੇ ਚਿੰਤਾ ਬਣ ਗਈ। ਮਤ ਕਤ ਜਾਵੇਂ ਦੋ ਬੂਢੇ। ਹੁਣ ਇਹ ਚਿੰਤਾ ਬਣ ਗਈ ਵੀ ਚਿੱਠੀਆਂ ਜੇ ਦੋਵੇਂ ਹੀ ਡੁੱਬ ਗਈਆਂ, ਤੋ ਰਹੀ ਨਾ ਹਿੰਦੂ ਕਹੂੰ ਕਿਤ ਟੂੰਡੇ। ਫਿਰ ਸਮਝ ਆ ਗਈ ਵੀ ਦੋਵੇਂ ਹੀ ਨਹੀਂ ਰਹਿਣਗੇ, ਨਾ ਪੰਥ ਰਹੇਗਾ ਤੇ ਨਾ ਤਤ ਖਾਲਸਾ ਰਹੇਗਾ, ਨਾ ਬੰਦਈ ਖਾਲਸਾ ਰਹੇਗਾ। ਫਿਰ ਤਾਂ ਹਿੰਦੂ ਧਰਮ ਵੀ ਸਮਾਪਤ ਹੋ ਜਾਏਗਾ, ਫਿਰ ਕੱਲਾ ਮੁਸਲਮਾਨ ਇਸਲਾਮ ਦਾ ਧਰਮ ਹੋਵੇਗਾ। ਇਹ ਸਿੰਘਾਂ ਦੇ ਮਨ 'ਚ ਚਿੰਤਾ ਚੱਲਣ ਲੱਗੀ। ਸੋਰਠਾ ਇਮ ਪੀ ਆਖੇ ਬਹੁਤ ਖੜੇ ਸਿਆਣੇ ਨਰ ਤਾਈ। ਜਿਹੜੇ ਸਿਆਣੇ ਸਿੰਘ ਉੱਥੇ ਖੜੇ ਇਦਾਂ ਵੀ ਗੱਲਾਂ ਕਰਦੇ, ਕਹਿਣ ਲੱਗੇ ਜੋ ਚਿੱਠੀ ਦੋ ਤਰਤ ਰਹੇ ਪੰਥ ਦੋ ਅਮਰ। ਕਹਿੰਦੇ ਜੇ ਚਿੱਠੀਆਂ ਦੋਵੇਂ ਤਰ ਗਈਆਂ, ਫਿਰ ਦੋਵੇਂ ਪੰਥ ਅਮਰ ਰਹਿਣਗੇ। ਬੰਦਈ ਖਾਲਸਾ ਵੀ ਰਹੇਗਾ ਤੇ ਤਤ ਖਾਲਸਾ ਵੀ ਰਹੇਗਾ। ਅੱਧ ਫਿਰ ਬੰਦਈ ਖਾਲਸੇ ਦਾ ਵੀ ਹੋਵੇਗਾ। ਇਹ ਵੀ ਗੱਲਾਂ ਚੱਲ ਪਈਆਂ। ਪਹਿਲਾਂ ਤਾਂ ਡੁੱਬ ਗਈਆਂ ਨਾ ਦੋਵੇਂ, ਕਹਿੰਦੇ ਜੇ ਦੋਵੇਂ ਤਰ ਗਈਆਂ ਤੇ ਫਿਰ ਦੋਵੇਂ ਪੰਥ ਰਹਿਣਗੇ, ਬੰਦਈਆਂ ਦਾ ਵੀ ਰਹੇਗਾ, ਤਤ ਖਾਲਸਾ ਵੀ ਰਹੇਗਾ, ਸਤਕਾਰ ਦੋਵਾਂ ਦਾ ਬਰਾਬਰ ਰਹੇਗਾ। ਤੇ ਉਹਨਾਂ ਦਾ ਹਿੱਸਾ ਵੀ ਜਿਹੜਾ ਹੈ ਚੜ੍ਹਤੀ ਦੇ ਵਿੱਚ ਬੰਦਈਆਂ ਦਾ ਵੀ ਬਣੇਗਾ। ਦੋਹਰਾ ਠਾਂਡ ਪਏ ਕਰ ਜੋਰ ਸਭ ਉੱਚੋ ਕਰ ਅਰਦਾਸ। ਹੱਥ ਜੋੜ ਕੇ ਫਿਰ ਖਲੋ ਗਏ, ਅਰਦਾਸ ਕੀਤੀ। ਜਦੋਂ ਚਿੱਠੀਆਂ ਡੁੱਬ ਗਈਆਂ ਨਾ ਦੋਵੇਂ, ਇੱਥੇ ਫਿਰ ਅਰਦਾਸ ਕੀਤੀ ਸਾਰਿਆਂ ਨੇ ਰਲ ਕੇ। ਚਿੱਠੀ ਤਿਸੇ ਤਰਾਈਓ ਕਰਨੋ ਜਿਸੇ ਪ੍ਰਗਾਸ। ਆਖਿਆ ਹੈ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ, ਉਹਦੀ ਚਿੱਠੀ ਤਾਰ ਦਿਓ ਜਿਹਦਾ ਪ੍ਰਕਾਸ਼ ਕਰਨਾ, ਜਿਹੜੇ ਪੰਥ ਦਾ ਪ੍ਰਕਾਸ਼ ਕਰਨਾ। ਬੰਦਈਆਂ ਦਾ ਕਰਨਾ ਤਾਂ ਬੰਦਈਆਂ ਦੀ ਤਾਰ ਦਿਓ, ਜੇ ਤਤ ਖਾਲਸੇ ਦਾ ਪ੍ਰਕਾਸ਼ ਕਰਨਾ ਤਾਂ ਫਿਰ ਤਤ ਖਾਲਸੇ ਦੀ ਚਿੱਠੀ ਤਾਰ ਦਿਓ। ਹੇ ਗੁਰੂ ਰਾਮਦਾਸ ਜੀ, ਉਹਦੀ ਚਿੱਠੀ ਤਾਰ ਦਿਓ ਜਿਸ ਦਾ ਪ੍ਰਕਾਸ਼ ਕਰਨਾ ਹੈ। ਤੋ ਡੁਬਕੀ ਲੈ ਇੱਕ ਤਰਿਓ ਚਿੱਠੀ ਗੈਲੇ ਏਕ। ਅਰਦਾਸ ਕਰਕੇ ਜਕਾਰਾ ਛੱਡਿਆ ਹੀ ਸੀ ਸਿੰਘ ਨੇ, ਇੱਕਦਮ ਇੱਕ ਚਿੱਠੀ ਟੁਬਕੀ ਲੈ ਕੇ ਬਾਹਰ ਨੂੰ ਤਰ ਕੇ ਆ ਗਈ। ਹਾਂਜੀ। ਤੋ ਸਿੱਖਨ ਕੁਛ ਜਿੰਦ ਪਰੀ ਰੱਖੀ ਗੁਰ ਅਬ ਟੇਕ। ਜਦੋਂ ਇੱਕ ਚਿੱਠੀ ਤਾਰ ਆਈ ਤੇ ਸਾਹ 'ਚ ਸਾਹ ਆ ਗਏ ਸਿੰਘਾਂ ਦੇ ਵੀ ਚਲੋ ਇੱਕ ਤਾਂ ਤਰੀ ਹੈ ਨਾ। ਪਹਿਲਾਂ ਤਾਂ ਇਹ ਵੀ ਸੀ ਵੀ ਦੋਵੇਂ ਡੁੱਬ ਗਈਆਂ ਤੇ ਦੋਵੇਂ ਹੀ ਨਹੀਂ ਰਹਿਣੇ, ਤੁਰ ਕੇ ਹੋਣਗੇ। ਹੁਣ ਜਦੋਂ ਇੱਕ ਤਾਰ ਆਈ ਤੇ ਸਾਰਿਆਂ ਦੇ ਮਨ 'ਚ ਆਸ ਵੱਜ ਗਈ। ਜੋ ਪਈ
ਦੋ ਔਰ ਤੇ ਪਕੜਨ ਦੌੜੇ। ਹੁਣ ਦੋਹਾਂ ਪਾਸਿਓਂ ਬੰਦਈ ਕਹਿਣ ਅਸੀਂ ਚੁੱਕਣੀਆਂ, ਭੱਜ ਕੇ ਤਤ ਖਾਲਸੇ ਦੇ ਸਿੰਘ ਗਰਮ ਜਿਹੜੇ ਉਹ ਕਹਿੰਦੇ ਅਸੀਂ ਚੁੱਕਣੀ ਆ। ਦੋਹਾਂ ਪਾਸਿਓਂ ਦੌੜਨ ਲੱਗੇ। ਫੜ ਫੜ ਸ਼ਸਤਰ ਆਗੇ ਤੋੜੇ। ਚਿੱਠੀ ਫੜਨ ਵਾਸਤੇ ਲੜਾਈ ਕਰਨ ਨੂੰ ਤਿਆਰ ਹੋ ਗਏ, ਤਲਵਾਰਾਂ ਕੱਢ ਕੇ ਵੀ ਅਸੀਂ ਲੜਦਾ। ਉਹ ਕਹਿਣ ਅਸੀਂ ਲੈਣੀ ਹੈ ਚਿੱਠੀ, ਤਤ ਖਾਲਸੇ ਦੇ ਸਿੰਘ ਕਹਿਣ ਅਸੀਂ ਚੁੱਕਣੀ ਹੈ। ਤੈਂ ਹੁਤੇ ਦਰੋਗੇ ਤੁਰਕਨ ਕੋ। ਜਿਹੜਾ ਉੱਥੇ ਤੁਰਕਾਂ ਦਾ ਥਾਣੇਦਾਰ ਉਹ ਵੀ ਉੱਥੇ ਹੀ ਖੜਾ ਸੀ, ਉਹ ਕੋਲ ਖੜਾ ਸੀ। ਕਹੀਂ ਮੁਨਸਬੈ ਦੇਖੈ ਤੋ। ਉਹ ਕਹਿੰਦਾ ਠਹਿਰੋ ਮੈਂ ਵੇਖਦਾ, ਤੁਸੀਂ ਦੋਵੇਂ ਪਿੱਛੇ ਹਟ ਜਾਓ। ਉਹਨੇ ਉਸ ਵੇਲੇ ਚਿੱਠੀ ਉਹਨੇ ਕੱਢੀ। ਤੁਰਤ ਦਰੋਗਨ ਪਕੜ ਮੰਗਾਇਓ। ਉਸੇ ਵੇਲੇ ਕਹਿੰਦੇ ਉਹ ਚਿੱਠੀ ਮੰਗਾਈ। ਪੜ ਕਰ ਖਾਲਸੇ ਹੱਥ ਫੜਾਇਓ। ਪਹਿਲਾਂ ਦਰੋਗਿਆਂ ਨੇ ਚਿੱਠੀ ਪੜ ਕੇ ਫਿਰ ਖਾਲਸੇ ਨੂੰ ਹੱਥ 'ਚ ਫੜਾਈ। ਫਤਿਹ ਗੁਰੂ ਕੀ ਤਰ ਆਈ। ਜਦੋਂ ਉਹ ਚਿੱਠੀ ਭਾਈ ਮਨੀ ਸਿੰਘ ਨੂੰ ਫੜਾਈ ਤੇ ਮਨੀ ਸਿੰਘ ਜੀ ਨੇ ਉਹ ਚਿੱਠੀ ਖੋਲ ਕੇ ਗੱਜ ਕੇ ਫਤਿਹ ਗਜਾਈ। ਆਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਕਿ ਇਹ ਫਤਿਹ ਖਾਲਸੇ ਦੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਇਹ ਚਿੱਠੀ ਤਰ ਗਈ ਹੈ। ਏਦਾਂ ਸਾਰਿਆਂ ਨੂੰ ਦਰਸ਼ਨ ਕਰਾ ਦਿੱਤੇ। ਦੋ ਔਰ ਆਖ ਸੁਨਾਈ। ਦੋਹਾਂ ਪਾਸਿਓਂ ਆਖ ਕੇ ਸੁਣਾਈ। ਉਧਰ ਬੰਦਈਆਂ ਨੂੰ ਵੀ ਆਖ ਕੇ ਸੁਣਾਈ। ਆਖਿਆ ਭਾਈ ਫਤਿਹ ਸਿੰਘ ਜੀ, ਹੋਰ ਖੜੇ ਸੀ ਬੰਦਈਆਂ ਵਾਲੇ ਪਾਸੇ ਸਿੰਘ, ਉਹਨਾਂ ਨੂੰ ਆਖਿਆ ਵੇਖੋ ਭਾਈ ਦਰਸ਼ਨ ਕਰੋ, ਇਹਦੇ ਤੇ ਲਿਖਿਆ ਹੋਇਆ। ਹੁਣ ਤੁਸੀਂ ਵੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੋ ਸੁਨ ਖਾਲਸੇ ਸ਼ਾਦੀ ਪਈ। ਖਾਲਸੇ ਦੇ ਘਰ ਸ਼ਾਦੀ, ਸ਼ਾਦੀ ਦਾ ਮਤਲਬ ਖੁਸ਼ੀ, ਖੁਸ਼ੀਆਂ ਵਧਾਈਆਂ ਵੱਜਣ ਲੱਗੀਆਂ। ਜਨਕ ਬੰਦਈਆਂ ਮਾਂ ਮਰ ਗਈ। ਉਧਰ ਬੰਦਈਆਂ ਨੂੰ ਪਿੱਸੂ ਪੈ ਗਏ ਵੀ ਸਾਡਾ ਤਾਂ ਹਿੱਸਾ ਜਾਂਦਾ ਰਿਹਾ। ਨਾਲੇ ਜੇ ਫੈਸਲਾ ਮੰਨਦੇ, ਕੁਝ ਤਾਂ ਮੰਨ ਗਏ, ਭਾਈ ਫਤਿਹ ਸਿੰਘ ਵਰਗਿਆਂ ਨੇ ਫਤਿਹ ਵੀ ਗਜਾ ਦਿੱਤੀ, ਪਰ ਕੁਝ ਥੋੜੇ ਕੱਟੜ ਸੀ, ਉਹ ਕਹਿੰਦੇ ਅਸੀਂ ਨਹੀਂ ਫਤਿਹ ਗਜਾਣੀ। ਉਹਨਾਂ ਨੂੰ ਪਿੱਸੂ ਪੈ ਗਏ, ਡਰ ਏਦਾਂ ਰੋਣ ਲੱਗੇ ਮਾਨੋ ਜਿਵੇਂ ਕੀ ਹੋ ਗਿਆ ਹੈ। ਸੁਨਤ ਚਿੱਠੀ ਉਨ ਬੰਦਿਓ ਹੰਦੇਸਾ। ਜਦੋਂ ਚਿੱਠੀ ਪੜ੍ਹੀ ਉਹਨਾਂ ਨੇ ਵੇਖ ਕੇ ਬੰਦਈਆਂ ਦੇ ਮਨ 'ਚ ਹੰਦੇਸਾ ਬਣ ਗਿਆ। ਜਨ ਨਿਜ ਨ੍ਰਿਪੇ ਗਇਓ ਛੁੱਟ ਦੇਸਾ। ਕਹਿੰਦੇ ਮਾਨੋ ਜਿਵੇਂ ਉਹਨਾਂ ਦੇ ਦੇਸ਼ ਦਾ ਰਾਜ ਹੀ ਛੁੱਟ ਗਿਆ ਹੋਵੇ। ਸਰਪ ਸੀਸ ਤੇ ਜਿਮ ਮਣੀ ਜਾਵੇ। ਸੱਪ ਦੇ ਸਿਰੋਂ ਮਣੀ ਚਲੀ ਜਾਵੇ ਤੇ ਦੁਖੀ ਹੁੰਦਾ। ਮੀਨ ਤਰਫੇ ਜਿਮ ਨੀਰ ਨਾ ਪਾਵੇ। ਜਿਵੇਂ ਮੱਛੀ ਤੜਫਦੀ ਆ ਪਾਣੀ ਤੋਂ ਬਿਨਾ। ਸੋਚ ਕਰੇ ਉਹ ਕਰੇ ਪਛਤਾਵਾ। ਏਦਾਂ ਬੰਦਈ ਸੋਚਾਂ ਕਰਦੇ ਤੇ ਪਛਤਾਵਾ ਕਰਦੇ ਨੇ। ਉਹਨੇ ਸਾਸ ਕਰ ਲੇਵੇ ਹਾਵਾ। ਲੰਮੇ ਲੰਮੇ ਸਾਹ ਲੈਂਦੇ ਹੌਕੇ ਭਰਦੇ ਵੀ ਆਹ ਕੀ ਹੋ ਗਿਆ, ਆਹ ਕੀ ਬਣ ਗਿਆ। ਦੋਹਰਾ ਦਏ ਨਾ ਪ੍ਰੀਤੀ ਬਿਆੜ ਤਿੰਨ ਉਹ ਆਕਾਸ਼ੇ ਉੱਡਿਓ ਨ ਜਾਏ। ਹੁਣ ਧਰਤੀ ਵੇਲ ਨਹੀਂ ਦਿੰਦੀ ਵੀ ਵਿੱਚ ਗਰਕ ਹੋ ਜਾਈਏ ਤੇ ਆਕਾਸ਼ ਵਿੱਚ ਉੱਡਿਆ ਨਹੀਂ ਜਾਂਦਾ। ਹੱਥ ਮਰੋਰੇ ਸਿਰ ਧੁਨੇ ਜਗਾ ਲੁਕਨ ਨੇ ਪਾਏ। ਹੱਥ ਮਰੋੜਦੇ ਨੇ, ਸਿਰ ਧੁੰਦੇ ਨੇ, ਲੁਕਣ ਨੂੰ ਥਾਂ ਨਹੀਂ ਲੱਭਦੀ, ਇੰਨੇ ਸ਼ਰਮਿੰਦਾ ਹੋਏ। ਚੋਪਈ ਖਾਲਸੇ ਕੀਨੋ ਜੈ ਜੈਕਾਰੇ। ਖਾਲਸੇ ਨੇ ਜੈ ਜੈਕਾਰ ਦੇ ਨਾਦ ਗੁੰਜਾਏ, ਜਕਾਰੇ ਗਜਾਏ ਗੱਜ ਗੱਜ ਕੇ। ਤੇ ਜਦੋਂ ਜਕਾਰੇ ਗਜਾਉਂਦੇ ਆ ਤੇ ਨਾਲ ਉੱਚੀ ਉੱਚੀ ਫਤਿਹ ਗਜਾਉਂਦੇ ਆਪਸ ਵਿੱਚ। ਜਿਹਨੂੰ ਵੀ ਮਿਲਦੇ ਗੱਜ ਗੱਜ ਕੇ ਫਤਿਹ ਗਜਾਉਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਜਕਾਰੇ ਗਜਾਉਂਦੇ ਨੇ। ਉੱਚੇ ਕਰ ਕਰ ਫਤਿਹ ਉਚਾਰੇ। ਉੱਚੀ ਆਵਾਜ਼ ਵਿੱਚ ਬੋਲ ਕੇ ਫਤਿਹ ਗਜਾਉਂਦੇ ਨੇ। ਫੜ ਫੜ ਖੰਡੇ ਖੁਸ਼ੀਆਂ ਕਰਨ। ਖੰਡੇ ਫੜ ਫੜ ਕੇ ਖੁਸ਼ੀਆਂ ਕਰਦੇ ਨੇ। ਕਰ ਅਰਦਾਸ ਖੜ ਬਾਣੀਆਂ ਪੜਨ। ਕਈ ਅਰਦਾਸ ਕਰਨ ਲੱਗ ਪਏ, ਕਈ ਗੁਰਬਾਣੀ ਦਾ ਜਾਪ ਕਰਨ ਲੱਗ ਪਏ ਸ਼ੁਕਰਾਨੇ ਵਜੋਂ। ਉਤਸ਼ਾਹ ਪੰਥ ਖਾਲਸੇ ਸਾਰੇ। ਖਾਲਸੇ 'ਚ ਬੜਾ ਉਤਸ਼ਾਹ ਹੋਇਆ, ਬੜਾ ਵੱਡਾ ਭਾਰੀ ਉਤਸ਼ਾਹ ਹੋਇਆ। ਤਿਉ ਖਾਲਸਾ ਸੱਚੇ ਦਰਬਾਰ। ਇਹ ਖਾਲਸੇ ਦੀ ਜਿੱਤ ਪੂਰੇ ਵਿਸ਼ਵ ਭਰ ਵਿੱਚ ਜਿਹੜਾ ਸੱਚਾ ਦਰਬਾਰ ਹੈ ਧੰਨ ਗੁਰੂ ਰਾਮਦਾਸ ਜੀ ਦਾ, ਉੱਥੇ ਖਾਲਸੇ ਦੀ ਜਿੱਤ ਹੋਈ ਹੈ। ਸੱਚੇ ਦਰਬਾਰ ਦੇ ਵਿੱਚ ਖਾਲਸੇ ਦੀ ਜਿੱਤ ਹੋਈ ਹੈ। ਏਦਾਂ ਸਿੰਘ ਖੁਸ਼ੀਆਂ ਦੇ ਨਾਲ
ਆਪਸ ਵਿੱਚ ਰਲ ਕੇ ਜਕਾਰੇ ਗਜਾਉਂਦੇ ਨੇ। ਐਸੀ ਖੁਸ਼ੀ ਸਿੰਘਨ ਪੰਥ ਪਈ। ਕਹਿੰਦੇ ਸਿੰਘਾਂ ਦੇ ਪੰਥ ਵਿੱਚ, ਭੁਜੰਗੀਆਂ ਦੇ ਪੰਥ ਵਿੱਚ, ਤਤ ਖਾਲਸੇ ਵਿੱਚ, ਪੰਥ ਖਾਲਸੇ ਵਿੱਚ, ਗੁਰੂ ਕੇ ਖਾਲਸੇ ਵਿੱਚ ਖੁਸ਼ੀਆਂ ਦੀਆਂ ਲਹਿਰਾਂ ਦੌੜੀਆਂ। ਦੈਂਤ ਮਾਰ ਜਿਮ ਦੇਵਨ ਕਈ। ਕਹਿੰਦੇ ਜਿਵੇਂ ਦੈਂਤਾਂ ਨੂੰ ਮਾਰ ਕੇ ਦੇਵਤੇ ਨਹੀਂ ਜੈ ਜੈਕਾਰ ਕਰਦੇ, ਤੇ ਉਹ ਫਿਰ ਆਰਤੀਆਂ ਕਰਦੇ, ਏਦਾਂ ਦੀਆਂ ਖੁਸ਼ੀਆਂ ਮਨਾਉਂਦੇ। ਉਤੋਂ ਖਾਲਸੋ ਵੱਲ ਬੰਦਈਆਂ ਗਏਓ। ਕਹਿੰਦੇ ਖਾਲਸੇ ਵੱਲ, ਜਿਹੜੇ ਬੰਦਈਆਂ ਵੱਲ ਗਏ, ਤਿਨ ਆਏ ਡੇਰੋ ਸਿੰਘਨ ਵੱਲ ਕਏਓ। ਜਿਹੜੇ ਕੁਝ ਬੰਦਈ ਪਹਿਲਾਂ ਖਾਲਸੇ ਵੱਲ, ਬੰਦਈ ਖਾਲਸੇ ਦੇ ਸਿੰਘ ਬੰਦਈਆਂ ਵੱਲ ਸੀ ਨਾ, ਉਹਨਾਂ ਚੋਂ ਕਾਫੀ ਸਾਰੇ ਸਿੰਘ ਬੰਦਈਆਂ ਦਾ ਡੇਰਾ ਛੱਡ ਕੇ ਖਾਲਸੇ ਵੱਲ ਆ ਗਏ। ਉਹਨਾਂ ਆਖਿਆ ਜੇ ਗੁਰੂ ਰਾਮਦਾਸ ਸਾਹਿਬ ਨੇ ਫੈਸਲਾ ਕਰ ਦਿੱਤਾ ਹੈ ਤੇ ਫਿਰ ਅਸੀਂ ਨਾ ਬੰਦਈਆਂ ਨਾਲ ਕਿਉਂ ਸਾਂਝ ਰੱਖਣੀ, ਅਸੀਂ ਕਲਗੀਧਰ ਦੇ ਖਾਲਸੇ ਨਾਲ ਆ ਕੇ ਸਾਂਝ ਰੱਖਣੀ। ਉਹ ਖਾਲਸੇ ਵਿੱਚ, ਤਤ ਖਾਲਸੇ ਵਿੱਚ ਆ ਰਲੇ। ਕਿਛ ਨੱਠ ਗਏ ਕਿਛ ਹੋਏ ਰੇ ਸੁਨ। ਕਈ ਬੰਦਈ ਨੱਠ ਗਏ ਵੀ ਨਾ ਇੱਧਰ ਨਾ ਉੱਧਰ, ਫਿਰ ਕਈ ਤਾਂ ਜਿਹੜੇ ਉੱਥੇ ਰਹਿ ਗਏ ਉਹ ਸੁਨਮੁਨ ਹੋ ਗਏ ਵੀ ਹੋ ਕੀ ਗਿਆ। ਜਨ ਕਰ ਮੌਨ ਧਾਰ ਬੈ ਮੁਨ। ਕਹਿੰਦੇ ਮਾਨੋ ਜਿਵੇਂ ਮੋਨੀ ਹੋ ਕੇ ਬਹਿ ਗਏ ਹੋਣ। ਉਤੇ ਜੇ ਕਿਛ ਤਿਨ ਮੈਂ ਮਦ ਹੰਕਾਰੀ। ਜਿਹੜੇ ਉਹਨਾਂ 'ਚ ਹੰਕਾਰੀ ਸਨ, ਤਿਨ ਮਰਨੇ ਪਰ ਮਨਸਾ ਤਾਰੀ। ਉਹਨਾਂ ਨੇ ਮਰਨ ਤੇ ਹੀ ਮਨਸਾ ਧਾਰੀ ਹੋਈ ਆ। ਕਹਿੰਦੇ ਨਹੀਂ, ਅਸੀਂ ਨਹੀਂ ਇਹ ਫੈਸਲਾ ਮੰਨਦੇ, ਅਸੀਂ ਤਾਂ ਤਲਵਾਰ ਨਾਲ ਫੈਸਲਾ ਕਰਾਂਗੇ। ਜਿਮ ਜਿਮ ਮੌਤ ਤਿਨੇ ਸਿਰ ਆਈ। ਉਹਨਾਂ ਦੀ ਮੌਤ ਉਹਨਾਂ ਦੇ ਸਿਰ ਤੇ ਆਈ ਹੋਈ ਸੀ। ਆਗੇ ਸੁਨੋ ਤਿਵੇਂ ਤੁਮ ਪਾਈ। ਜਿਵੇਂ ਉਹਨਾਂ ਦੀ ਮੌਤ ਉਹਨਾਂ ਦੇ ਤਨ ਤੇ ਆਈ, ਹੁਣ ਉਹ ਅੱਗੇ ਸੁਣੋ। ਜਿਹੜੇ ਵਿੱਚ ਕੱਟੜ ਮੁਤਸਬੀ ਬਿਰਤੀ ਵਾਲੇ ਨਹੀਂ ਨਾ ਮੰਨੇ ਇਸ ਫੈਸਲੇ ਨੂੰ, ਉਹ ਕਹਿੰਦੇ ਅਸੀਂ ਤਾਂ ਤਲਵਾਰ ਨਾਲ ਹੀ ਫੈਸਲਾ ਕਰਨਾ। ਹੁਣ ਫਿਰ ਸਿੰਘਾਂ ਦੀ ਤਲਵਾਰ ਜਦੋਂ ਚੱਲਣੀ ਹੈ ਤੇ ਸਿੰਘਾਂ ਦੀ ਤਲਵਾਰ ਦੇ ਨਾਲ ਫਿਰ ਨੁਕਸਾਨ ਹੋਣਾ। ਉਹਨਾਂ ਵਿੱਚੋਂ ਇੱਕ ਭਾਈ ਲੌਰਾ ਸਿੰਘ ਕਲਾਲ ਸੀ। ਇਹ ਬੰਦਈਆਂ ਵਿੱਚ ਵੱਡਾ ਮੁਨਸਬਦਾਰ ਸੀ। ਇਹ ਭਾਈ ਕਾਹਨ ਸਿੰਘ ਜੀ ਦੇ ਪਾਸ ਆਇਆ ਤਾਂ ਭਾਈ ਕਾਹਨ ਸਿੰਘ ਨੇ ਆਖਿਆ, ਲੌਰਾ ਸਿਆ ਵੀ ਹੁਣ ਜੇ ਨਹੀਂ ਮੰਨਦੇ ਤੇਰੇ ਬੰਦਈ ਸਾਥੀ ਨਾਲ ਦੇ, ਤੇ ਫਿਰ ਹੁਣ ਖਾਲਸੇ ਨੂੰ ਹੱਥ ਖੋਲਣਾ ਪੈਣਾ, ਤੈਨੂੰ ਪਹਿਲਾਂ ਦੱਸ ਦਈਏ। ਉਹ ਕਹਿੰਦਾ ਜੀ ਮਹਾਰਾਜ ਵੀ ਮੈਂ ਤਾਂ ਤੁਹਾਡਾ ਹੀ ਆ। ਉਹ ਕਹਿੰਦੇ ਗੱਲਾਂ ਨਾਲ ਨਹੀਂ, ਏਦਾਂ ਕਰਦੇ ਆ ਵੀ ਤੇਰਾ ਪੁੱਤ ਮੇਰੇ ਪੁੱਤ ਨਾਲ ਘੁਲਦਾ, ਵੀ ਪਹਿਲਾਂ ਮੇਰਾ ਪੁੱਤ ਤੇਰੇ ਪੁੱਤ ਨੂੰ ਜਿਹੜਾ ਜਿੱਤੇਗਾ ਉਹ ਆਪਣੇ ਪੰਥ 'ਚ ਲੈ ਆਏਗਾ। ਕਰੀਏ ਫੈਸਲਾ ਆਪਾਂ। ਮੀਰੀ ਸਿੰਘ ਤੇ ਸੰਗਤ ਸਿੰਘ ਦਾ ਘੋਲ ਹੁੰਦਾ ਅਕਾਲ ਤਖਤ ਸਾਹਿਬ ਦੇ ਸਾਹਮਣੇ। ਇਹ ਵੀ ਫੈਸਲਾ ਹੋ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪੰਥ ਦਾ ਇਤਿਹਾਸ ਹੈ, ਔਰ ਇਤਿਹਾਸ ਹਮੇਸ਼ਾ ਆਉਣ ਵਾਲੇ ਸਮੇਂ ਵਾਸਤੇ ਵੀ ਜਿਸ ਪੰਥ ਦਾ ਇਤਿਹਾਸ ਹੁੰਦਾ ਹੈ ਨਾ, ਉਹਦੇ ਲਈ ਨਵੀਆਂ ਪੈੜਾਂ ਛੱਡ ਕੇ ਜਾਂਦਾ ਹੈ, ਮਾਰਗਦਰਸ਼ਨ ਕਰਦਾ ਹੈ। ਜੇ ਕਿਤੇ ਕਿਤੇ ਭਟਕਣ ਬਣ ਜਾਏ ਤਾਂ ਫਿਰ ਗੁਰੂ ਚਰਨਾਂ ਦੇ ਉੱਤੇ ਪੰਥ ਨੂੰ ਟੇਕ ਰੱਖਣੀ ਚਾਹੀਦੀ ਹੈ। ਇਹ ਸੰਕੇਤ ਅੱਜ ਦੀ ਇਸ ਕਥਾ ਦੁਆਰਾ, ਗੁਰੂ ਪੰਥ ਦੇ ਇਤਿਹਾਸ ਦੁਆਰਾ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ